ਹਾਲੇ ਤੱਕ ਆਪਾਂ ਨੇ ਕੁਝ ਟੌਪਿਕ ਕੀਤੇ ਨੇ ਔਰ ਖਾਸ ਤੌਰ ਤੇ ਮੈਂ ਜਿਹੜੀ ਗੱਲ ਕੀਤੀ ਸੀ ਤੁਹਾਨੂੰ ਕਿ ਡੂਜ਼ ਐਂਡ ਡੋਨਟਸ ਉਹਨਾਂ ਬਾਰੇ ਖਾਸ ਤੌਰ ਤੇ ਖਿਆਲ ਰੱਖਿਓ ਕਿਉਂਕਿ ਉਹਦੇ ਬੇਸਿਸ ਦੇ ਉੱਤੇ ਬਹੁਤ ਸਾਰੇ ਕੁਐਸਚਨ ਬਣ ਜਾਂਦੇ ਨੇ। ਉਸ ਤੋਂ ਬਾਅਦ ਆਪਾਂ ਪਿਆਜੇ ਦੇ ਵਾਈਗੋਸਕੀ ਵੀ ਡਿਸਕਸ ਕੀਤਾ ਸੀਗਾ। ਇਹਦੇ ਨਾਲ ਕਈ ਹੋਰ ਥਿਓਰੀਜ਼ ਨੇ ਜਿਨ੍ਹਾਂ ਨੂੰ ਆਪਾਂ ਨੇ ਹਾਲੇ ਡਿਸਕਸ ਕਰਨਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕੁਝ ਟੌਪਿਕ ਜਿਨ੍ਹਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਕੁਐਸਚਨ ਪੱਕੇ ਆਉਂਦੇ ਹੀ ਆਉਂਦੇ ਨੇ ਉਹਨਾਂ ਬਾਰੇ ਆਪਾਂ ਨੂੰ ਪਹਿਲਾਂ ਡਿਸਕਸ ਕਰ ਲੈਣਾ ਚਾਹੀਦਾ ਹੈ। ਜਿਵੇਂ ਇੱਕ ਟੌਪਿਕ ਹੋ ਗਿਆ ਗਿਫਟਿਡ ਚਿਲਡਰਨ ਐਂਡ देयर ਲਰਨਿੰਗ, ਠੀਕ ਹੈ, ਇੱਥੇ ਲਰਨਿੰਗ ਹੋਣਾ ਚਾਹੀਦਾ ਹੈ। ਹਾਂਜੀ, ਇੱਥੇ ਲਰਨਿੰਗ ਹੋਣਾ ਚਾਹੀਦਾ ਹੈ, ਇੱਥੇ ਸਪੈਲਿੰਗ ਗਲਤ ਹੋ ਗਏ ਨੇ, ਲਰਨਿੰਗ ਹੋਣਾ ਚਾਹੀਦਾ ਹੈ। ਗਿਫਟਿਡ ਚਿਲਡਰਨ ਐਂਡ ਦ ਲਰਨਿੰਗ, ਇੰਡੀਵਿਜੂਅਲ ਡਿਫਰੈਂਸਿਸ, ਇਨਕਲੂਸਿਵ ਐਜੂਕੇਸ਼ਨ, ਇਸ ਤਰ੍ਹਾਂ ਦੇ ਬਹੁਤ ਸਾਰੇ ਟੌਪਿਕ ਨੇ। ਫਿਰ ਅਸੈਸਮੈਂਟ ਹੋ ਗਿਆ, ਟ੍ਰਾਂਸਫਰ ਆਫ ਲਰਨਿੰਗ ਹੋ ਗਿਆ, ਬਹੁਤ ਸਾਰੇ ਟੌਪਿਕ ਨੇ ਜਿਨ੍ਹਾਂ ਨੂੰ ਛੋਟੇ ਛੋਟੇ ਟੌਪਿਕ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਕੁਐਸਚਨ ਆ ਜਾਂਦੇ ਨੇ। ਸੋ ਅੱਜ ਆਪਾਂ ਇਹਨਾਂ ਦੋ ਤਿੰਨ ਟੌਪਿਕਸ ਨੂੰ ਡਿਸਕਸ ਕਰਦੇ ਹਾਂ ਔਰ ਦੇਖਦੇ ਹਾਂ ਕਿ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਨਾਂ ਕਨਸੈਪਟ ਨੂੰ ਸਮਝ ਲਓ ਔਰ ਫਿਰ ਤੁਹਾਡੇ ਕੁਐਸਚਨ ਕਰਨੇ ਬਹੁਤ ਆਸਾਨ ਹੋ ਜਾਣਗੇ। ਲੈਟ ਅਸ ਫਸਟ ਆਫ ਆਲ ਲੁੱਕ ਐਟ ਦ ਗਿਫਟਿਡ ਚਾਈਲਡ। ਮੈਨੂੰ ਲੱਗਦਾ ਨਹੀਂ ਕਿ ਮੈਨੂੰ ਦੱਸਣਾ ਪਏ ਕਿ ਗਿਫਟਿਡ ਚਾਈਲਡ ਕੀ ਹੁੰਦਾ। ਬੇਸਿਕਲੀ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਟੈਲੈਂਟਡ ਬੱਚਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਅਕਲਮੰਦ ਬੱਚਾ, ਹੁਸ਼ਿਆਰ ਬੱਚਾ, ਉਹਨੂੰ ਆਪਾਂ ਟੈਲੈਂਟਡ ਚਾਈਲਡ ਕਹਿ ਦਿੰਦੇ ਹਾਂ, ਠੀਕ ਹੈ ਜੀ, ਗਿਫਟਿਡ ਚਾਈਲਡ ਕਹਿ ਦਿੰਦੇ ਹਾਂ। ਪੈਡਾਗੋਜੀ ਅੱਜ ਕੱਲ੍ਹ ਉਸਨੂੰ ਗਿਫਟਿਡ ਚਾਈਲਡ ਕਹਿ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਸੋ ਜਿਹਨਾਂ ਕੋਲ ਟੈਲੈਂਟ ਹੋਵੇ, ਕ੍ਰੀਏਟੀਵਿਟੀ ਹੋਵੇ, ਇਨੋਵੇਟਿਵ ਆਈਡੀਆਜ਼ ਹੋਣ, ਦੈਟ ਮੀਨਸ ਦੋਜ਼ ਕਾਈਂਡ ਆਫ ਸਟੂਡੈਂਟਸ ਜਿਹਨਾਂ ਨੂੰ ਅਸੀਂ ਕਹਾਂਗੇ ਗਿਫਟਿਡ ਚਾਈਲਡ ਹੈਗੇ ਨੇ। ਹੁਣ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਕਲਾਸ ਦੇ ਵਿੱਚ ਬੱਚੇ ਆਏ ਨੇ, ਉਹਦੇ ਵਿੱਚ 25-30 ਸਟੂਡੈਂਟਸ ਹੈਗੇ ਨੇ, ਉਹਨਾਂ ਦੇ ਵਿੱਚੋਂ ਗਿਫਟਿਡ ਚਾਈਲਡ ਕਿਹੜਾ? ਪਹਿਲੀ ਗੱਲ ਤਾਂ ਇਹ। ਔਰ ਦੂਜੀ ਗੱਲ ਇਹ ਤਾਂ ਗਿਫਟਿਡ ਚਾਈਲਡ ਨੂੰ ਕੀ ਅਸੀਂ ਕਿਸ ਤਰੀਕੇ ਨਾਲ ਡੀਲ ਕਰਨਾ। ਟੀਚਰ ਵਾਸਤੇ ਇੱਕ ਬਹੁਤ ਵੱਡਾ ਇਸ਼ੂ ਹੈ, ਸਾਡੀ ਸੁਸਾਇਟੀ ਵਾਸਤੇ ਬਹੁਤ ਵੱਡਾ ਇਸ਼ੂ ਹੈ, ਕਿਉਂਕਿ ਆਮ ਤੌਰ ਤੇ ਇਹ ਦੇਖਿਆ ਜਾਂਦਾ ਸੀਗਾ ਕਿ ਜਿਹੜਾ ਟੈਲੈਂਟਡ ਚਾਈਲਡ ਹੈ ਜਾਂ ਗਿਫਟਿਡ ਚਾਈਲਡ ਹੈ ਉਹਨੂੰ ਅਸੀਂ ਸਿਰ ਤੇ ਵੀ ਚੱਕ ਲੈਂਦੇ ਹਾਂ ਔਰ ਖਾਸ ਤੌਰ ਤੇ ਫਿਰ ਕਹਿੰਦੇ ਕਿ ਉਹਨੂੰ ਸਪੈਸ਼ਲ ਨੀਡਸ ਹੈਗੀਆਂ ਨੇ, ਉਹਨਾਂ ਦੀਆਂ ਉਸ ਮੁਤਾਬਕ ਡੀਲ ਕਰਦੇ ਹਾਂ। ਆਓ ਦੇਖੀਏ ਕਿ ਆਪਾਂ ਨੂੰ ਗਿਫਟਿਡ ਚਾਈਲਡ ਨੂੰ ਡੀਲ ਕਰਨਾ ਤਾਂ ਕਿਵੇਂ ਕਰਨਾ ਹੈ ਔਰ ਇਹ ਵੀ ਦੇਖ ਲਈਏ ਕਿ ਗਿਫਟਿਡ ਚਾਈਲਡ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਹੁੰਦੇ ਕੀ ਨੇ। ਦੇ ਕੈਨ ਬੀ, ਕਿਉਂਕਿ ਜਿਹੜੇ ਗਿਫਟਿਡ ਚਾਈਲਡ ਹੈਗੇ ਨੇ ਜੇ ਉਹਨਾਂ ਨੂੰ ਇਗਨੋਰ ਕਰ ਦਿੱਤਾ ਤਾਂ ਹੋ ਸਕਦਾ ਕਿ ਕੱਲ੍ਹ ਨੂੰ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਏ। ਅੱਜ ਇੱਕ ਬੱਚਾ ਉਹ ਕੱਲ੍ਹ ਦਾ ਆਇਨਸਟਾਈਨ ਵੀ ਬਣ ਸਕਦਾ ਹੈ, ਉਹ ਐਡੀਸਨ ਵੀ ਬਣ ਸਕਦਾ, ਉਹ ਸਟੀਵ ਜੌਬ ਵੀ ਬਣ ਸਕਦਾ ਹੈ। ਸੋ ਗਿਫਟਿਡ ਚਾਈਲਡ ਜਿਹੜਾ ਸੀਗਾ ਉਹਨਾਂ ਦੀਆਂ ਜਿਹੜੀਆਂ ਇਨੇਟ ਕੁਆਲਿਟੀਜ਼ ਕੀ ਹੁੰਦੀਆਂ, ਅੰਦਰੂਨੀ ਜਿਹੜੀ ਉਹਨਾਂ ਦਾ ਟੈਲੈਂਟ ਹੈਗਾ ਉਹਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੋ ਹਾਂਜੀ, ਸਾਡੇ ਕੀ ਕਰੈਕਟਰਿਸਟਿਕਸ ਹੈਗੇ ਨੇ ਇਹਦੇ 'ਚ ਇਹ ਕਿ ਉਹਨਾਂ ਦੀ ਜਨਰਲ ਇੰਟੈਲੈਕਚੁਅਲ ਐਬਿਲਿਟੀ ਜ਼ਿਆਦਾ ਹੁੰਦੀ ਹੈ, ਉਹਨਾਂ ਦੀ ਮੈਮਰੀ ਸ਼ਾਰਪ ਹੁੰਦੀ ਹੈ, ਯਾਦ ਰੱਖਣ ਦੀ ਉਹਨਾਂ ਦੀ ਯੋਗਤਾ ਜਿਹੜੀ ਜ਼ਿਆਦਾ ਹੋ ਜਾਂਦੀ ਹੈ, ਅਕੈਡਮਿਕ ਐਪਟੀਚਿਊਡ ਵੀ ਉਹਨਾਂ ਦਾ ਬੈਟਰ ਹੁੰਦਾ ਹੈ, ਥਿੰਕਿੰਗ ਜਿਹੜੀ ਹੁੰਦੀ ਹੈ ਕ੍ਰੀਏਟਿਵ ਹੁੰਦੀ ਹੈ ਉਹਨਾਂ ਦੀ ਉਹ, ਠੀਕ ਹੈ ਜੀ। ਲੀਡਰਸ਼ਿਪ ਕੁਆਲਿਟੀ ਵੀ ਹੋ ਸਕਦੀ ਹੈ। ਸਾਈਕੋਮੋਟਰ ਐਬਿਲਿਟੀਜ਼ ਦੈਟ ਮੀਨਸ ਕਿ ਉਹ ਖੇਡਾਂ ਦੇ ਵਿੱਚ ਜਾਂ ਕਿਸੇ ਵੀ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਉਹ ਬਹੁਤ ਸ਼ਾਰਪ ਹੋ ਜਾਂਦੇ ਨੇ। ਔਰ ਵਿਜ਼ੂਅਲ ਪਰਫਾਰਮਿੰਗ ਆਰਟਸ ਵਗੈਰਾ ਦੇ ਵਿੱਚ ਹੀ ਨਾ, ਜੇ ਵਿਜ਼ੂਅਲ ਅੱਜ ਅਸੀਂ ਦੇਖਦੇ ਹਾਂ ਕਿ ਜਿਵੇਂ ਆਈਡਲ ਦਾ ਪ੍ਰੋਗਰਾਮ ਆਪਣੇ ਟੀਵੀ ਦੇ ਉੱਤੇ ਆਉਂਦਾ, ਠੀਕ ਹੈ ਜੀ, ਉਹਦੇ ਉੱਤੇ ਦੇਖਦੇ ਛੋਟੇ ਛੋਟੇ ਬੱਚੇ ਨੇ, ਬਹੁਤ ਸੋਹਣਾ ਗਾਉਂਦੇ ਨੇ, ਬਹੁਤ ਸੋਹਣੇ ਡਾਂਸ ਕਰਦੇ ਨੇ। ਬੇਸਿਕਲੀ ਤੁਸੀਂ ਇਹ ਸਮਝੋਗੇ ਕਿ ਜਦੋਂ ਉਹਨੇ ਗਾਣਾ ਗਾਣਾ, ਕਿਸ ਸੁਰ ਦੇ ਵਿੱਚ ਗਾਣਾ ਗਾਣਾ, ਤਾਂ ਉਹਨੂੰ ਉਹ ਸੁਰ ਵੀ ਯਾਦ ਹੋਣੇ ਚਾਹੀਦੇ ਨੇ, ਉਹ ਲਹਿਜ਼ੇ ਵੀ ਯਾਦ ਹੋਣੇ ਚਾਹੀਦੇ ਨੇ, ਉਹਨੂੰ ਮਿਊਜ਼ਿਕ ਦੇ ਨਾਲ ਆਪਣਾ ਰਿਲੇਟ ਕਰਨਾ ਆਉਣਾ ਚਾਹੀਦਾ, ਉਹਨੂੰ ਰਿਦਮ ਵੀ ਆਉਣਾ ਚਾਹੀਦਾ। ਡਾਂਸ ਕਰਦਾ ਤਾਂ ਉਹਨੂੰ ਬੇਸਿਕਲੀ ਸਾਰਾ ਉਹ ਰਿਦਮ ਵੀ ਯਾਦ ਹੋਣਾ ਚਾਹੀਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਬੱਚੇ ਦੀ ਇਨੇਟ ਕੁਆਲਿਟੀ ਨੂੰ ਜਿਹੜਾ ਸੀਗਾ ਉਹ ਐਗਜ਼ੀਬਿਟ ਕਰਦੀਆਂ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਅਸੀਂ ਕੀ ਕਹਿੰਦੇ ਨੇ, ਸਾਈਕੋਮੋਟਰ ਐਬਿਲਿਟੀਜ਼ ਕਹਿੰਦੇ ਨੇ। ਖੇਡਾਂ ਦੇ ਵਿੱਚ ਬੱਚੇ ਕਈ ਬਹੁਤ ਜ਼ਿਆਦਾ ਸ਼ਾਰਪ ਹੁੰਦੇ ਨੇ। ਅਸੀਂ ਦੇਖਿਆ ਪਿੱਛੇ ਜੇ ਆਪਣਾ ਪਦਮਾ ਬਾਨ ਇੱਕ ਸਟੂਡੈਂਟ ਸੀਗਾ, 8 ਸਾਲ ਦਾ ਬੱਚਾ, ਉਹ ਜਿਹੜਾ ਸੀ 12 ਸਾਲ ਦਾ ਬੱਚਾ ਬੇਸਿਕਲੀ ਉਹ ਗ੍ਰੈਂਡ ਮਾਸਟਰ ਬਣ ਗਿਆ। ਦੈਟ ਮੀਨਸ ਛੋਟੀ ਉਮਰ ਦੇ ਵਿੱਚ ਹੀ ਉਹ ਇੱਕ ਚੈਸ ਦਾ ਗ੍ਰੈਂਡ ਮਾਸਟਰ ਬਣ ਗਿਆ ਹੈ। ਸੋ ਬੇਸਿਕਲੀ ਕੀ ਹੈ ਕਿ ਉਹਨਾਂ ਦੀ ਅਬਿਲਿਟੀਜ਼ ਜ਼ਿਆਦਾ ਨੇ, ਜ਼ਿਆਦਾ ਐਨਾਲਾਈਜ਼ ਕਰ ਸਕਦੇ ਨੇ, ਜ਼ਿਆਦਾ ਲੰਬੇ ਦੂਰ ਜਿਹੜੀ ਅਗਾਮੀ ਜਿਹੜੀ ਸੋਚ ਹੁੰਦੀ ਹੈ ਉਹਨਾਂ ਦੀ। ਸੋ ਇਸ ਤਰੀਕੇ ਦੀ ਜਿਹੜੀ ਸੀਗੀਆਂ ਅਬਿਲਿਟੀਜ਼ ਗਿਫਟਿਡ ਚਾਈਲਡ ਦੇ ਵਿੱਚ ਹੁੰਦੀਆਂ ਨੇ। ਸੋ ਇੱਕ ਇਹ ਵੀ ਕੁਐਸਚਨ ਆ ਜਾਂਦਾ ਹੈ, ਇਹ ਕੁਐਸਚਨ ਐਗਜ਼ਾਮ ਦੇ ਡੈਫੀਨਿਟਲੀ ਆ ਜਾਂਦਾ ਕਿ ਇਹਨਾਂ ਦਾ IQ ਲੈਵਲ ਕੀ ਹੁੰਦਾ ਹੈ। ਸੋ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਜਿਹੜਾ 70 ਜਿਹੜਾ ਹੈ ਨਾ, ਦੈਟ ਇਜ਼ ਦਾ ਬਾਰਡਰ ਲਾਈਨ ਕੇਸ। ਇਸ ਤੋਂ ਨੀਚੇ ਵਾਲੇ ਜਿਹੜੇ ਬੱਚੇ ਹੁੰਦੇ ਨੇ ਬੇਸਿਕਲੀ ਉਹਨਾਂ ਨੂੰ ਕਿਹਾ ਜਾਂਦਾ ਕਿ ਵੀ ਉਹ ਮੈਂਟਲੀ ਰਿਟਾਰਡਡ ਵਰਡ ਅਸੀਂ ਮੋਸਟਲੀ ਯੂਜ਼ ਨਹੀਂ ਕਰਦੇ, ਪਰ ਬੇਸਿਕਲੀ 70 ਤੋਂ ਜਿਹੜੇ ਘੱਟ IQ ਵਾਲੇ ਬੱਚੇ ਹੁੰਦੇ ਨੇ
ਉਹਨਾਂ ਦਾ ਮੈਂਟਲ ਲੈਵਲ ਲੋ ਹੁੰਦਾ, ਉਹਨਾਂ ਵਾਸਤੇ ਜਿਹੜਾ ਸੀਗਾ ਫਿਰ ਸਾਡੇ ਵਾਸਤੇ ਇਹ ਵੀ ਮੁਸ਼ਕਿਲ ਆ ਜਾਂਦੀ ਕਿ ਉਹਨਾਂ ਨੂੰ ਕਿਵੇਂ ਡੀਲ ਕੀਤਾ ਜਾਵੇ। ਉਹ ਵੀ ਆਪਾਂ ਗੱਲ ਕਰਾਂਗੇ ਜਦੋਂ ਆਪਾਂ ਡਿਸੇਬਿਲਟੀਜ਼ ਦੀ ਗੱਲ ਕਰਾਂਗੇ। ਸੋ 80 ਤੋਂ ਲੈ ਕੇ 90 ਤੱਕ ਇਹ ਲੋ ਐਵਰੇਜ ਵਾਲੇ ਬੱਚੇ ਹੋ ਗਏ, 9 ਤੋਂ ਲੈ ਕੇ 90 ਤੋਂ ਲੈ ਕੇ 100 ਇਹ ਐਵਰੇਜ ਵਾਲੇ ਬੱਚੇ ਹੋ ਗਏ, 110 ਤੋਂ ਲੈ ਕੇ 120 ਇਹ ਹਾਇਰ ਐਵਰੇਜ ਹੋ ਗਿਆ, 120 ਤੋਂ 140 ਜਿਹੜਾ ਸੀਗਾ ਇਹ ਸੁਪੀਰੀਅਰ ਲੈਵਲ ਹੋ ਗਿਆ, 140 ਤੋਂ ਉੱਪਰ ਜਿਹੜੇ ਸੀਗੇ ਇਹ ਵੈਰੀ ਸੁਪੀਰੀਅਰ ਬੱਚੇ ਜਿਹੜੇ ਕੈਂਡੀਡੇਟ ਸੇ ਉਹ ਮੰਨ ਲਿੱਤੇ ਜਾਂਦੇ ਨੇ। ਆਇਨਸਟਾਈਨ ਹੋ ਗਿਆ, ਸਟੀਫਨ ਹਾਕਿੰਗ ਹੋ ਗਿਆ, ਉਹਨਾਂ ਨੂੰ ਤੁਸੀਂ ਦੇਖੋਗੇ ਕਿ ਵੀ ਉਹਨਾਂ ਦਾ IQ ਲੈਵਲ 140 ਤੋਂ ਉੱਪਰ ਮੰਨਿਆ ਜਾਂਦਾ, 170 ਦੇ ਕਰੀਬ ਉਹਨਾਂ ਦਾ IQ ਮੰਨਿਆ ਜਾਂਦਾ ਉਹਨਾਂ ਦਾ ਉਹ। ਸੋ ਇਸ ਤਰੀਕੇ ਇਹਨਾਂ ਬੇਸਿਸ ਦੇ ਉੱਤੇ ਵੀ ਐਗਜ਼ਾਮ 'ਚ ਕੁਐਸਚਨ ਆ ਜਾਂਦਾ। ਸੋ ਇਹਨਾਂ ਚੀਜ਼ਾਂ ਨੂੰ ਵੀ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਸੋ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਮੈਮਰੀ, ਉਹ ਸਪੈਲਿੰਗ ਜਿਹੜੇ ਸੀਗੇ ਉਹ ਬੜੇ ਅੱਛੀ ਤਰ੍ਹਾਂ ਸਪੈਲਿੰਗ ਵੀ ਯਾਦ ਕਰ ਲੈਂਦੇ ਨੇ, ਮੈਮਰੀ ਸ਼ਾਰਪ ਹੁੰਦੀ ਹੈ ਉਹਨਾਂ ਦੀ। ਔਰ ਐਨਾਗ੍ਰਾਮਸ, ਬੇਸਿਕਲੀ ਐਨਾਗ੍ਰਾਮਸ ਕੀ ਹੁੰਦੇ ਨੇ? ਪਹੇਲੀਆਂ ਬੁੱਝਣਾ, ਠੀਕ ਹੈ ਜੀ। ਪਹੇਲੀਆਂ ਜਿਵੇਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਆਪਾਂ ਗੱਲ ਕਰੀਏ, ਉਸ ਟੈਲ ਮੀ ਦਾ ਰੂਮ ਜਿਹਦੇ ਵਿੱਚ ਕੋਈ ਕਮਰਾ ਤੇ ਖਿੜਕੀ ਨਹੀਂ ਹੁੰਦੀ, ਠੀਕ ਹੈ ਜੀ। ਨਾਓ ਬੇਸਿਕਲੀ ਟੈਲ ਮੀ a room which has no windows or ਜਾਂ doors also, ਠੀਕ ਹੈ ਜੀ। ਸੋ ਬੰਦਾ ਸੋਚੀ ਪੈ ਜਾਂਦਾ ਯਾਰ ਕਿਹੜਾ ਰੂਮ ਹੋਏਗਾ ਉਹ, ਠੀਕ ਹੈ। ਸੋ ਆਨਸਰ ਕੈਨ ਬੀ ਮਸ਼ਰੂਮ, ਠੀਕ ਹੈ ਜੀ। ਸੋ ਬੇਸਿਕਲੀ ਕੀ ਹੈ ਕਿ ਸੋਚ ਜਿਹੜੀ ਹੈਗੀ ਆ ਉਹਨਾਂ ਦੀ ਉਹ ਇੱਕ ਲੇਟਰਲ ਦੀ ਸੋਚ ਚੱਲਦੀ ਹੈ, ਠੀਕ ਹੈ। ਜਾਂ ਕਿਸੇ ਨੂੰ ਕਹੀਏ ਕਿ ਇੱਕ ਹਨੇਰੇ ਕਮਰੇ ਦੇ ਵਿੱਚ ਇੱਕ ਮੋਮਬੱਤੀ ਪਈ, ਇੱਕ ਲਾਲਟਨ ਪਈ ਹੈ, ਤੁਸੀਂ ਪਹਿਲਾਂ ਕਿਹਨੂੰ ਜਗਾਓਗੇ, ਠੀਕ ਹੈ ਜੀ। ਤੇ ਆਮ ਬੰਦਾ ਸੋਚੀ ਪੈ ਜਾਏਗਾ ਮੈਂ ਕਿਹਨੂੰ ਪਹਿਲਾਂ ਮੋਮਬੱਤੀ ਜਗਾਵਾਂ, ਇਹ ਲਾਲਟਨ ਜਗਾਵਾਂ, ਪਹਿਲਾਂ ਮੋਮਬੱਤੀ ਜਗਾ ਲੈਂਦਾ, ਸੌਖੀ ਹੈ ਜਗਾਣੀ ਉਹ, ਠੀਕ ਹੈ ਜੀ। ਤਾਂ ਪਰ ਇਸ ਤਰ੍ਹਾਂ ਦਾ ਬੱਚਾ ਕੀ ਕਹੇਗਾ? ਉਹ ਕਹੇਗਾ ਪਹਿਲਾਂ ਮਾਚਿਸ ਜਗਾਵਾਂਗੇ ਆਪਾਂ, ਠੀਕ ਹੈ, ਕਿਉਂਕਿ ਦੈਟ ਇਜ਼ ਦਾ ਫਰਸਟ ਸਟੈਪ ਟੁਵਰਡਸ ਡੂਇੰਗ ਇਟ, ਠੀਕ ਹੈ। ਸੋ ਬੇਸਿਕਲੀ ਕੀ ਹੈ ਕਿ ਇਹਨਾਂ ਬੱਚਿਆਂ ਦਾ ਲੈਵਲ ਆਫ ਥਿੰਕਿੰਗ ਜਿਹੜਾ ਸੀਗਾ ਉਹ ਹਾਇਰ ਲੈਵਲ ਦਾ ਹੋ ਜਾਂਦਾ। ਉਹ ਕੌਣ ਕਿਹੜਾ ਫੁੱਲ ਹੈ ਜਿਹਦੇ ਰੰਗ ਵਿੱਚ ਮਹਿਕ ਨਹੀਂ ਹੁੰਦੀ, ਠੀਕ ਹੈ ਜੀ। ਸੋ ਇਸ ਤਰ੍ਹਾਂ ਦਾ ਸੀਗਾ, ਫਿਰ ਬੱਚਾ ਸੋਚੀ ਪੈ ਜਾਏਗਾ ਕਿ ਐਸਾ ਕਿਹੜਾ ਫੁੱਲ ਹੈ ਜਿਹਦੇ ਵਿੱਚ ਮਹਿਕ ਨਹੀਂ ਹੁੰਦੀ, ਜਾਂ ਐਸਾ ਸ਼ਬਦ ਕਹੋ ਜਿਹਦੇ 'ਚ ਕੋਈ ਐਸਾ ਚੀਜ਼ ਦੱਸੋ ਜਿਹਦੇ ਵਿੱਚ ਫਲ ਵੀ ਹੈ ਤੇ ਫਰੂਟ ਵੀ ਹੈ, ਠੀਕ ਹੈ ਜੀ। ਨਾਓ ਗੁਲਾਬ ਜਾਮਨ, ਠੀਕ ਹੈ ਜੀ। ਸੋ ਇਸ ਤਰੀਕੇ ਦੇ ਜਿਹੜੇ ਸੀਗੇ ਇਹ ਆਨਸਰ ਬਣ ਸਕਦੇ ਨੇ ਉਹ। ਸੋ ਦੈਟ ਇਜ਼ ਦਾ ਵੇ ਕਿ ਅਸੀਂ ਕਹਿ ਸਕਦੇ ਹਾਂ ਕਿ ਇਹ ਐਨਾਗ੍ਰਾਮਸ ਬਣ ਜਾਏ। ਜਾਂ ਆਪਾਂ ਬੁਝਾਰਤਾਂ ਕਹਿੰਦੇ ਹੁੰਦੇ ਸੀਗੇ ਕਿ ਬੱਚੇ ਬੁਝਾਰਤਾਂ ਬੁੱਝਦੇ ਨੇ ਤੇ ਉਹ ਬੁਝਾਰਤਾਂ ਨੂੰ ਉਹ ਸਮਝਦਾ ਚੰਗੀ ਤਰ੍ਹਾਂ ਸਮਝ ਜਾਂਦੇ ਨੇ ਉਹ। ਸੋ ਗਿਫਟਿਡ ਚਾਈਲਡਸ, ਉਹਨਾਂ ਦੀਆਂ ਕੁਆਲਿਟੀਜ਼ ਕਿਹੜੀਆਂ ਕਿਹੜੀਆਂ ਹੈਗੀਆਂ ਨੇ? ਦੇ ਕੈਨ ਲਰਨ ਫਾਸਟਰ, ਠੀਕ ਹੈ ਜੀ। ਸੋ ਇਹ ਬੇਸਿਕਲੀ ਡਰਾ ਕਨਕਲੂਜਨਸ ਫਰੋਮ ਦਾ ਐਵੀਡੈਂਸ ਐਂਡ ਰੀਜ਼ਨਿੰਗ, ਉਹਨਾਂ ਦੀ ਰੀਜ਼ਨਿੰਗ ਦਾ ਲੈਵਲ ਜਿਹੜਾ ਸੀ ਉਹ ਆਹੀ ਹੁੰਦਾ। ਉਹਨਾਂ ਨੂੰ ਕੋਈ ਪੈਰਾਗ੍ਰਾਫ ਦਿੱਤਾ ਜਾਵੇ, ਝੱਟ ਦੇਖ ਕੇ ਸਮਝ ਜਾਂਦੇ ਨੇ ਕਿ ਇਹਦੇ 'ਚ ਕੀ ਲਿਖਿਆ ਹੋਊਗਾ ਤੇ ਇਹਦੇ 'ਚ ਜਿਹੜਾ ਰਾਈਟਰ ਹੈ ਉਹ ਕੀ ਲਿਖਣਾ ਚਾਹੁੰਦਾ, ਉਸ ਚੀਜ਼ ਨੂੰ ਬਹੁਤ ਜਲਦੀ ਤਰੀਕੇ ਨਾਲ ਜਲਦੀ ਸਮਝ ਜਾਂਦੇ ਨੇ ਉਹ। ਔਰ ਫਿਰ ਉਹ ਜੇ ਅਕੈਡਮਿਕ ਮਟੀਰੀਅਲ ਕੋਈ ਦਿੱਤਾ ਹੋਵੇ ਤਾਂ ਉਹਨੂੰ ਉਹ ਚੰਗੇ ਤਰੀਕੇ ਨਾਲ ਜਲਦੀ ਅੰਤ ਜਿਹੜਾ ਸੀਗਾ ਉਹ ਸਮਝ ਜਾਂਦੇ ਨੇ ਤੇ ਉਸ ਚੀਜ਼ ਨੂੰ ਐਕਸਪਲੇਨ ਕਰ ਪਾਉਂਦੇ ਨੇ ਉਹ, ਠੀਕ ਹੈ ਜੀ। ਸੋ ਇਸ ਤਰੀਕੇ ਦੀਆਂ ਐਬਿਲਿਟੀਜ਼ ਹੁੰਦੀਆਂ ਨੇ ਜਿਹੜੀਆਂ ਕਿ ਗਿਫਟਿਡ ਚਾਈਲਡ ਦੇ ਵਿੱਚ ਹੁੰਦੀਆਂ ਨੇ। ਨਾਓ ਬੇਸਿਕਲੀ ਹੁਣ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜਿਹੜਾ ਗਿਫਟਿਡ ਚਾਈਲਡ ਹੈ ਉਹਦੇ ਨਾਲ ਕੀਤਾ ਕੀ ਜਾਵੇ। ਮੇਰੀ ਕਲਾਸ ਦੇ ਵਿੱਚ 30 ਬੱਚੇ ਬੈਠੇ ਨੇ, ਇੱਕ ਬੱਚਾ ਜਾਂ ਦੋ ਬੱਚੇ ਐਸੇ ਹੈਗੇ ਨੇ ਜਿਹੜੇ ਕਿ ਬਹੁਤ ਹੁਸ਼ਿਆਰ ਲੱਗਦੇ ਨੇ, ਉਹ ਫਟਾਫਟ ਉਹ ਕੋਈ ਕੰਮ ਦਿੱਤਾ ਆਪਾਂ ਕਰਨ ਨੂੰ, ਉਹ ਆਮ ਤੌਰ ਤੇ ਬੱਚੇ ਜਿਹੜੇ ਸੀ ਉਹਨੂੰ 30 ਮਿੰਟ ਲੈਂਦੇ ਨੇ ਜਾਂ 40 ਮਿੰਟ ਲੈਂਦੇ ਨੇ ਕਰਨ ਨੂੰ, ਠੀਕ ਹੈ। ਇਹਨੇ 10 ਮਿੰਟਾਂ ਦੇ ਵਿੱਚ ਕੀਤਾ ਔਰ ਫਿਰ ਉਸ ਤੋਂ ਬਾਅਦ ਮਾਸਟਰ ਜੀ ਮੈਂ ਤਾਂ ਕਰ ਲਿਆ, ਠੀਕ ਹੈ ਜੀ। ਫਿਰ ਹੁਣ ਮਾਸਟਰ ਜੀ ਕੀ ਕਰਨ ਉਸ ਵੇਲੇ? ਉਹ ਜੇ ਤੂੰ ਕਰ ਲਿਆ ਵੀ ਚੁੱਪ ਕਰਕੇ ਬਹਿ ਜਾ ਤੂੰ, ਠੀਕ ਹੈ, ਤੂੰ ਕਰ ਲਿਆ ਤਾਂ ਫਿਰ ਬਾਕੀਆਂ ਨੂੰ ਕੀ ਡਿਸਟਰਬ ਕਰੀ ਜਾਂਦਾ ਨਾ। ਆਮ ਤੌਰ ਤੇ ਰਿਸਪੌਂਸ ਇਸ ਤਰੀਕੇ ਦਾ ਹੋ ਜਾਂਦਾ ਉਹ। ਜਾਂ ਤੂੰ ਨਾਲ ਦੇ ਬੱਚਿਆਂ ਨੂੰ ਸਮਝਾ, ਠੀਕ ਹੈ ਜੀ, ਇਹਨਾਂ ਨੂੰ ਤਾਂ ਆਉਂਦਾ ਕੁਛ ਨਹੀਂ ਨਾ। ਇਹ ਕੀ ਅਪਰੋਚ ਇਹ ਠੀਕ ਹੈ? ਜਾਂ ਦੁਬਾਰਾ ਕਰ ਤੂੰ ਸਵਾਲ, ਹੋਰ ਦੁਬਾਰਾ ਕਰ, ਇਹਨਾਂ ਸਵਾਲਾਂ ਨੂੰ ਦੁਬਾਰਾ ਕਰ ਤਾਂ ਕਿ ਚੰਗੀ ਤਰ੍ਹਾਂ ਯਾਦ ਹੋ ਜਾਏ ਨਾ। ਇਹਨਾਂ ਦੇ ਵਿੱਚੋਂ ਕਿਹੜੀ ਅਪਰੋਚ ਠੀਕ ਹੈ? ਜਦੋਂ ਮੈਂ ਕਹਿੰਦਾ ਦੁਬਾਰਾ ਕਰ ਤਾਂ ਬੱਚੇ ਨੂੰ ਅਸੀਂ ਕਿਤੇ ਡਿਸਕਰੇਜ ਨਹੀਂ ਕਰ ਰਹੇ, ਆਪਾਂ ਉਹਨੂੰ ਜਦੋਂ ਆਪਾਂ ਦੁਬਾਰਾ ਉਹੀ ਕੰਮ ਕਰਾਂਗੇ, ਬੱਚੇ ਦੀ ਕੁਆਲਿਟੀ ਹੈ ਕਿ ਉਹਨੇ ਸਵਾਲ ਕਰ ਲਿੱਤੇ ਨੇ, ਫਿਰ ਅਸੀਂ ਕਹੀਏ ਤੂੰ ਦੁਬਾਰਾ ਕਰ, ਰੱਟਾ ਮਾਰਨ ਦਾ ਆਪਾਂ ਪਹਿਲਾਂ ਹੀ ਮਨਾ ਕੀਤਾ ਕਿ ਉਹਦਾ ਕੰਮ ਕਰਨਾ ਹੀ ਕੋਈ ਨਹੀਂ ਆਪਾਂ ਨੇ ਇਸ ਤਰੀਕੇ ਦਾ ਉਹ। ਫਿਰ ਆਪਾਂ ਦੁਬਾਰਾ ਕਰਨ ਨੂੰ ਕਹਾਂਗੇ, ਉਹ ਬੱਚੇ ਦੀ ਇੰਟੈਲੈਕਚੁਅਲ ਕੈਪੈਸਿਟੀ ਕੈਪੇਬਿਲਿਟੀ ਹੈਗੀ ਹੈ ਤਾਂ ਬੱਚਾ ਤਾਂ ਬੋਰ ਹੋ ਜਾਏਗਾ ਉਸ ਕੰਮ, ਕਿਉਂਕਿ ਉਹ ਤਾਂ ਕੰਮ ਆਉਂਦਾ ਹੀ, ਉਹਨੂੰ ਆਲਰੇਡੀ ਆਉਂਦਾ ਉਹ, ਠੀਕ ਹੈ। ਜੇ ਆਪਾਂ ਕਹਾਂਗੇ ਨਾਲ ਦੇ ਬੱਚਿਆਂ ਨੂੰ ਸਮਝਾ, ਇਹਨੂੰ ਸਮਝਾ ਕਿ ਸਵਾਲ ਕਿਵੇਂ ਕਰੀਦਾ ਹੁੰਦਾ, ਦੋ ਕੰਮ ਕਰ ਰਹੇ ਹਾਂ ਅਸੀਂ ਉਹ,
ठीक है। एक तो बच्चे ਨੂੰ ਕਿਸੇ ਹੋਰ ਕੰਮ ਤੇ ਲਗਾਤਾ, ठीक है जी। तो स्टूडेंट की समझेगा, और जो बच्चा गिफ्टेड चाइल्ड हैगा वो तो ये समझेगा ले मास्टर ਜਿਹੜਾ ਸੀਗਾ ਆਪਣਾ ਕੰਮ ਮੇਰੇ ਤੇ ਛੱਡੀ ਜਾਂਦਾ ਹੈ, ठीक है जी। और वंस अगेन ਇਹ ਕਈਆਂ ਨੂੰ ਤਾਂ ਚੰਗਾ ਲੱਗਦਾ, ਕਈਆਂ ਨੂੰ ਲੱਗੇ ਕਿ ਜੇ ਹੈ ਨਾ ਕਿ ਦੇ ਆਰ ਗਿਵਿੰਗ ਅਪ ਦ ਰਿਸਪੌਂਸਿਬਿਲਿਟੀ, ਪਰ ਦੂਜੇ ਪਾਸੇ ਜਿਹੜਾ ਬੱਚੇ ਦੇ ਬਾਰੇ ਟੀਚਰ ਨੇ ਇਹ ਗੱਲ ਕੀਤੀ ਕਿ ਦੂਜੇ ਨੂੰ ਸਮਝਾ, ਤਾਂ ਦੂਜੇ ਬੱਚੇ ਦੇ ਵਿੱਚ ਹੀਨਤਾ ਪੈਦਾ ਹੋ ਗਈ ਕਿ ਮੇਰੇ ਨਾਲ ਦਾ ਬੱਚਾ ਮੇਰੇ ਤੋਂ ਜ਼ਿਆਦਾ ਫਾਸਟ ਹੈ, ਜ਼ਿਆਦਾ ਬੈਟਰ ਹੈ, ਔਰ ਉਹੀ ਮੈਨੂੰ ਸਮਝਾਉਣ ਲੱਗਿਆ ਹੋਇਆ ਨਾ। ਇਹੀ ਚੀਜ਼ਾਂ ਵੀ ਨਹੀਂ ਅਸੀਂ ਕਰਨੀਆਂ ਇਸ ਤਰ੍ਹਾਂ ਕਲਾਸ ਦੇ ਵਿੱਚ, ਵੀ ਤੂੰ ਚੁੱਪ ਕਰਕੇ ਬਹਿ ਜਾ, ਠੀਕ ਹੈ ਜੀ। ਵਨਸ ਅਗੇਨ ਅਸੀਂ ਉਹਨੂੰ ਡਿਸਕਰੇਜ ਕਰ ਰਹੇ ਹਾਂ। ਸੋ ਇਸ ਤਰ੍ਹਾਂ ਦੀ ਅਪਰੋਚਿਸ ਜਿਹੜੀਆਂ ਹੈਗੀਆਂ ਨੇ ਉਹ ਖਰਾਬ ਹੁੰਦੀਆਂ ਨੇ। ਵੀ ਆਰ ਨਾਟ ਸਪੋਜ਼ ਟੂ ਡੂ ਇਟ, ਕਿ ਅਸੀਂ ਜਾਂ ਕਹੀਏ ਕਿ ਵੀ ਉਹਨੂੰ ਕੋਈ ਮਦਦ ਦੀ ਜ਼ਰੂਰਤ ਨਹੀਂ, ਠੀਕ ਹੈ ਜੀ। ਕਿਉਂ? ਕਿਉਂਕਿ ਉਹਦਾ ਬਹੁਤ ਹੀ ਇੰਟੈਲੀਜੈਂਟ ਬੱਚਾ ਹੈ। ਇਹ ਵੀ ਆਮ ਤੌਰ ਤੇ ਮਤਲਬ ਕਿ ਸਕੂਲਾਂ 'ਚ ਇਹ ਕਹਿ ਦਿੱਤਾ ਜਾਂਦਾ, ਟੀਚਰ ਇਹ ਕਹਿੰਦੇ ਨੇ ਵੀ ਇਹ ਤਾਂ ਬਹੁਤ ਇੰਟੈਲੀਜੈਂਟ, ਇਹਨੂੰ ਮਤਲਬ ਕਿ ਨਾ ਸਮਝਾਓ ਜਾਂ ਨਾ ਸਮਝਾਓ ਕੋਈ ਫਰਕ, ਕੋਈ ਮਤਲਬ ਜ਼ਰੂਰਤ ਹੀ ਕੋਈ ਨਹੀਂ, ਇਹ ਬੱਚਾ ਤਾਂ ਖੁਦ ਹੀ ਸਾਰਾ ਬਹੁਤ ਇੰਟੈਲੀਜੈਂਟ ਹੈਗਾ। ਜਾਂ ਉਹਨਾਂ ਵਾਸਤੇ ਕੋਈ ਸਪੈਸ਼ਲ ਸਕੂਲ ਬਣਾ ਦਿੱਤਾ ਜਾਵੇ ਉਹ, ਜਾਂ ਉਹਨੂੰ ਕਹਿ ਦਿੱਤਾ ਜਾਵੇ ਤੂੰ ਰਿਪੀਟ ਕਰ ਇਹਨੂੰ ਇਹ, ਠੀਕ ਹੈ। ਡੂ ਨਾਟ ਮੇਕ ਦੈਮ ਇਹ ਅੱਛਾ ਇਹ ਨਾ ਬੱਚਾ ਜ਼ਿਆਦਾ ਇੰਟੈਲੀਜੈਂਟ ਹੈ, ਇਹਨੂੰ ਨਾ ਦੂਜੇ ਬੱਚਿਆਂ ਨਾਲ ਨਾ ਬਿਠਾਓ। ਕਿਉਂ? ਕਿਉਂਕਿ ਉਹਨਾਂ ਦਾ ਅਸਰ ਨਾ ਕਿਤੇ ਇਹਦੇ ਉੱਤੇ ਪੈ ਜਾਏ। ਉਹ ਇਸ ਤਰ੍ਹਾਂ ਦੀ ਗੱਲਾਂ ਵੀ ਕਈ ਵਾਰ ਕਰ ਜਾਂਦੇ ਆਪਾਂ। ਇਹ ਸਾਰੀਆਂ ਅਪਰੋਚਾਂ ਗਲਤ ਨੇ, ਇਹ ਸਾਰੀਆਂ ਅਪਰੋਚਾਂ ਗਲਤ ਨੇ, ਇਹ ਨਹੀਂ ਕਰਨਾ ਅਸੀਂ, ਠੀਕ ਹੈ ਜੀ। ਇਹ ਤਾਂ ਅਵੋਇਡ ਕਰਨੀਆਂ ਸਾਰੀਆਂ ਗੱਲਾਂ ਆਪਾਂ ਨੇ, ਠੀਕ ਹੈ। ਸੋ ਦੈਟ ਇਜ਼ ਹਾਊ ਵੀ ਆਰ ਸਪੋਜ਼ ਟੂ ਟਰੀਟ ਦ ਗਿਫਟਡ ਚਿਲਡਰਨ। ਕਰਨਾ ਕੀ ਹੈ ਫਿਰ ਆਪਾਂ ਨੇ ਇਹਨਾਂ ਵਾਸਤੇ ਉਹ, ਠੀਕ ਹੈ ਜੀ। ਆਮ ਤੌਰ ਤੇ ਕਹਿੰਦੇ ਉਹ ਬਿਨਾਂ ਮਦਦ ਦੇ ਬਹੁਤ ਵਧੀਆ ਕੰਮ ਕਰ ਸਕਦੇ ਨੇ, ਠੀਕ ਹੈ ਜੀ। ਇਹ ਅਪਰੋਚ ਗਲਤ ਹੈ। ਉਹਨਾਂ ਨੂੰ ਮਦਦ ਨਹੀਂ ਚਾਹੀਦੀ, ਇੰਨਾ ਇੰਟੈਲੀਜੈਂਟ ਹੈ, ਉਹਨੂੰ ਦੱਸਣ ਦੀ ਜ਼ਰੂਰਤ ਹੈ, ਉਹ ਤਾਂ ਆਪੇ ਕਰ ਲੂਗਾ ਉਹ। ਇਹ ਅਪਰੋਚ ਵੀ ਗਲਤ ਹੈ। ਮੈਂ ਤੁਹਾਡੇ ਨਾਲ ਐਗਜ਼ਾਮਪਲ ਦੇ ਤੌਰ ਦੇ ਉੱਤੇ ਡਿਸਕਸ ਕਰਦਾ ਫਿਰ ਉਹ ਨਾ। ਲੈਟ ਅਸ ਟੇਕ ਦ ਐਗਜ਼ਾਮਪਲ ਆਫ ਸਚਿਨ ਤੇਂਦੁਲਕਰ, ਠੀਕ ਹੈ। ਸਚਿਨ ਤੇਂਦੁਲਕਰ ਇਜ਼ ਅ ਵੈਰੀ ਫਾਈਨ ਪਲੇਅਰ, ਠੀਕ ਹੈ ਜੀ। ਬਹੁਤ ਅੱਛਾ ਪਲੇਅਰ ਸੀਗਾ, ਹੁਣ ਤਾਂ ਰਿਟਾਇਰ ਹੋ ਗਿਆ। ਕੀ ਉਹਦਾ ਕੋਈ ਕੋਚ ਨਹੀਂ ਸੀਗਾ? ਉਹਦਾ ਕੋਚ ਵੀ ਸੀਗਾ। ਅੱਜ ਦੀ ਡੇਟ ਦੇ ਵਿੱਚ ਜੋਕੋਵਿਕ ਲੌਨ ਟੈਨਿਸ ਦਾ ਨੰਬਰ 1 ਪਲੇਅਰ ਹੈ, ਕਿ ਉਹਦਾ ਕੋਚ ਨਹੀਂ ਹੈਗਾ? ਉਹਦਾ ਵੀ ਕੋਚ ਹੈਗਾ ਉਹ। ਸੋ ਦੈਟ ਮੀਨਸ ਜਿਹੜੇ ਗਿਫਟਿਡ ਚਿਲਡਰਨ ਵੀ ਹੁੰਦੇ ਨੇ ਦੇ ਆਲਸੋ ਨੀਡ ਗਾਈਡੈਂਸ। ਉਹਨਾਂ ਨੂੰ ਵੀ ਗਾਈਡੈਂਸ ਚਾਹੀਦੀ ਹੁੰਦੀ ਹੈ। ਇਹ ਨਾ ਸੋਚੀਏ ਆਪਾਂ ਕਿ ਟੀਚਰ ਇਹ ਸੋਚੇ ਕਿ ਜਿਹੜਾ ਬੱਚਾ ਬਹੁਤ ਇੰਟੈਲੀਜੈਂਟ ਹੈ ਜਾਂ ਗਿਫਟਿਡ ਹੈਗਾ ਜਾਂ ਉਹ ਕੋਈ ਆਊਟਸਟੈਂਡਿੰਗ ਸਟੂਡੈਂਟ ਹੈਗਾ, ਉਹਨੂੰ ਕੋਈ ਮਦਦ ਦੀ ਜ਼ਰੂਰਤ ਨਹੀਂ। ਉਹਨੂੰ ਵੀ ਮਦਦ ਦੀ ਜ਼ਰੂਰਤ ਹੋ ਸਕਦੀ ਹੈ, ਹੁੰਦੀ ਹੈ, ਔਰ ਉਹਨੂੰ ਗਾਈਡ ਕਰਨਾ ਵੀ ਟੀਚਰ ਦਾ ਇੱਕ ਬਹੁਤ ਵੱਡਾ ਅਹਿਮ ਰੋਲ ਆ ਜਾਂਦਾ ਹੈ। ਸੋ ਇਹ ਅਪਰੋਚ ਵੀ ਗਲਤ ਹੈ। ਉਹਨਾਂ ਨੂੰ ਜ਼ਿਆਦਾ ਮਦਦ ਕਰਨ ਦਾ ਮਤਲਬ ਆਮ ਬੱਚਿਆਂ ਨੂੰ ਅਣਦੇਖਿਆ ਕਰਨਾ ਸਮਝਿਆ ਜਾਵੇਗਾ ਨਾ। ਇਹ ਵੀ ਗਲਤ ਹੈ। ਜੇ ਅਸੀਂ ਕਹੀਏ ਕਿ ਅਸੀਂ ਉਹਨਾਂ ਦੀ ਮਦਦ ਕਰ ਦਿੱਤੀ, ਠੀਕ ਹੈ ਜੀ, ਐਸੇ ਬੱਚਿਆਂ ਦੀ, ਜਾਂ ਉਹਨਾਂ ਨੂੰ ਕੋਈ ਹੈਲਪ ਕੀਤੀ, ਤਾਂ ਬਾਕੀ ਬੱਚੇ ਇਹ ਸਮਝਣਗੇ ਕਿ ਵੀ ਸਾਨੂੰ ਤਾਂ ਅਸੀਂ ਆਊਟਕਾਸਟ ਕਰ ਦਿੱਤਾ ਗਿਆ। ਨੋ, ਠੀਕ ਹੈ ਜੀ। ਉਸ ਬੱਚੇ ਦੀ ਕੈਪੈਸਿਟੀ ਕਿਸੇ ਹੋਰ ਲੈਵਲ ਦੀ ਹੈਗੀ ਹੈ, ਉਸ ਨੂੰ ਜਿਹੜਾ ਸੀਗਾ ਉਸ ਲੈਵਲ ਦੀ ਹੈਲਪ ਕੀਤੀ ਜਾ ਰਹੀ। ਸੋ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ। ਉਹ ਉਹਨਾਂ ਨੂੰ ਕੰਮ ਦੁਬਾਰਾ ਕਰਨ ਲਈ ਕਿਹਾ, ਰਿਪੀਟ ਕਰਨਾ, ਇਹ ਵੀ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਕਮਜ਼ੋਰ ਬੱਚਿਆਂ ਦੀ ਹੈਲਪ ਕਰਨ ਵਾਸਤੇ ਕਿਹਾ, ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਅਗਲੀ ਕਲਾਸ ਵਿੱਚ ਭੇਜ ਦਿੱਤਾ ਜਾਵੇ। ਨਾਓ ਵਾਟ ਡਜ਼ ਇਟ ਮੀਨ ਕਿ ਉਹਨਾਂ ਨੂੰ ਅਗਲੀ ਕਲਾਸ ਦੇ ਵਿੱਚ ਭੇਜਣ ਦਾ ਮਤਲਬ ਕੀ ਹੋਇਆ ਕਿ ਲੈਟ ਅਸ ਟੇਕ ਕੋਈ ਤੀਜੀ ਕਲਾਸ ਦਾ ਸਵਾਲ ਚੌਥੀ ਕਲਾਸ ਪਾ ਦਿਓ। ਕਈ ਜਗ੍ਹਾ ਦੇ ਉੱਤੇ ਇਸ ਚੀਜ਼ ਨੂੰ ਰਿਕਮੈਂਡ ਕਰਦੇ ਨੇ, ਠੀਕ ਹੈ ਜੀ। ਮੈਂ ਦੇਖਿਆ ਫੋਰਨ ਯੂਨੀਵਰਸਿਟੀਜ਼ ਵਗੈਰਾ 'ਚ ਉੱਥੇ ਇਹ ਰਿਕਮੈਂਡ ਕਰ ਦਿੰਦੇ ਨੇ ਕਿ ਉਸ ਨੂੰ ਗ੍ਰੇਡ ਅਪ ਕਰ ਦਿੱਤਾ ਜਾਵੇ ਉਹ। ਬਟ ਆਪਣਾ ਨੈਸ਼ਨਲ ਕਰਿਕੂਲਮ ਫਰੇਮਵਰਕ ਉਹ ਕਹਿੰਦਾ ਨਹੀਂ, ਬੱਚੇ ਜਿਸ ਏਜ ਗਰੁੱਪ ਦੇ ਨੇ ਆਪਣੇ ਏਜ ਗਰੁੱਪ ਦੇ ਵਿੱਚ ਹੀ ਰਹਿਣੇ ਚਾਹੀਦੇ ਨੇ। ਉੱਥੇ ਹੀ ਉਹਨਾਂ ਦੀ ਜਿਹੜੀ ਸੀਗੀ ਸਾਈਕੋਲੋਜੀਕਲ ਡਿਵੈਲਪਮੈਂਟ ਜ਼ਿਆਦਾ ਬੈਟਰ ਹੋ ਸਕਦੀ ਹੈ। ਸੋ ਇਹ ਜਿਹੜੀ ਅਪਰੋਚ ਹੈਗੀ ਹੈ ਇਹ ਵੀ ਗਲਤ ਹੈ, ਠੀਕ ਹੈ ਜੀ। ਸੋ ਦਿਸ ਇਜ਼ ਇਹਨੂੰ ਕਈ ਵਾਰ ਨਾ ਐਕਸਲਰੇਟਿਡ ਜਿਹੜੀ ਗਰੋਥ ਕਹਿ ਦਿੱਤਾ ਜਾਂਦਾ ਹੈ, ਠੀਕ ਹੈ ਨਾ। ਸੋ ਦੈਟ ਇਜ਼ ਨਾਟ ਟੂ ਬੀ ਅਡੋਪਟਡ ਐਜ਼ ਪਰ ਨੈਸ਼ਨਲ ਕਰਿਕੂਲਮ ਫਰੇਮਵਰਕ। ਇਸ ਚੀਜ਼ ਨੂੰ ਡਿਸਕਰੇਜ ਕੀਤਾ ਜਾਂਦਾ ਹੈ ਔਰ ਬੇਸਿਕਲੀ ਸਟੂਡੈਂਟਸ ਨੂੰ ਆਪਣੇ ਏਜ ਗਰੁੱਪ ਦੇ ਬੱਚਿਆਂ ਦੇ ਵਿੱਚ ਹੀ ਰੱਖਿਆ ਜਾਣਾ ਬਿਹਤਰ ਸਮਝਿਆ ਜਾਂਦਾ ਹੈ। ਸੋ ਨਾ ਫਿਰ ਕਰਨਾ ਕੀ ਹੈ ਅਸੀਂ ਉਹ, ਠੀਕ ਹੈ। ਸੋ ਐਕਸਲਰੇਟਿਡ ਇਹ ਉੱਪਰ ਆ ਗਿਆ ਹਮ ਐਕਸਲਰੇਸ਼ਨ एनरिचमेंट, ठीक है जी। एक्सेलरेशन का मतलब की होया, ठीक है। अलाउड टू लर्न मटीरियल एट ए मोर रैपिड पेस, ठीक है। अलाउड टू लर्न मटीरियल एट ए मोर रैपिड पेस, ठीक है जी। नाउ असी ग्रेड्स की गल नहीं कर रहे थे, ठीक है। ही इज नॉट प्रमोटेड थ्रू द ग्रेड्स, ठीक है जी। ही इज अलाउड टू लर्न मटीरियल एट ए मोर रैपिड पेस।
ਜਦੋਂ ਇਸ ਤਰ੍ਹਾਂ ਦਾ ਬੱਚਾ ਜਿਹੜਾ ਗਿਫਟਡ ਚਾਈਲਡ ਹੈਗਾ ਕੰਮ ਜਲਦੀ ਜਲਦੀ ਕਰ ਲੈਂਦਾ ਹੈ, ਤਾਂ ਆਮ ਤੌਰ ਤੇ ਉਹ ਕੀ ਹੁੰਦਾ, ਕਲਾਸ 'ਚ ਬੋਰ ਹੋ ਜਾਂਦਾ। ਮੈਂ ਕਿਹਾ ਜੀ ਜਾਂ ਇਹ ਤਾਂ ਕੰਮ ਜਿਹੜਾ ਸੀਗਾ ਮੇਰੇ ਵਾਸਤੇ ਬੜਾ ਸੌਖਾ ਹੀ ਸੀਗਾ ਹੈ ਨਾ, ਫਿਰ ਉਹ ਵਾਸੀਆਂ ਜੀ ਮਾਰਨ ਲੱਗ ਜਾਊਗਾ ਜਾਂ ਫਿਰ ਕਲਾਸ 'ਚ ਬੱਚਿਆਂ ਨੂੰ ਡਿਸਟਰਬ ਕਰਨ ਲੱਗ ਜਾਊਗਾ ਨਾ। ਐਸੇ ਬੱਚਿਆਂ ਵਾਸਤੇ ਦੇਰ ਸ਼ੁੱਡ ਬੀ, ਉਹਨਾਂ ਵਾਸਤੇ ਲਰਨਿੰਗ ਮਟੀਰੀਅਲ ਟੀਚਰ ਦੇ ਕੋਲ ਤਿਆਰ ਰਹਿਣਾ ਚਾਹੀਦਾ। ਟੀਚਰ ਸ਼ੁੱਡ ਹੈਵ ਮੋਰ ਲਰਨਿੰਗ ਮਟੀਰੀਅਲ ਵਿਦ ਹਿਮ ਸੋ ਦੈਟ ਹੀ ਕੈਨ ਕੀਪ ਹਿਮ ਇੰਗੇਜਡ। ਉਹਦੇ ਵਾਸਤੇ ਜ਼ਿਆਦਾ ਮਟੀਰੀਅਲ ਤਾਂ ਕਿ ਉਸ ਬੱਚੇ ਦੀ ਗਰੋਥ ਵੀ ਜ਼ਿਆਦਾ ਹੋ ਸਕੇ। ਠੀਕ ਹੈ ਨਾ। ਇੱਕ ਆਪਾਂ ਨੇ ਪਹਿਲਾਂ ਗੱਲ ਕੀਤੀ ਸੀਗੀ ਕਿ ਇੱਕ ਟੌਪਿਕ ਦਾ ਨੈਕਸਟ ਟੌਪਿਕ ਹੈ ਦੈਟ ਇਜ਼ ਇੰਡੀਵਿਜੂਅਲ ਡਿਫਰੈਂਸਿਸ ਵਾਲਾ ਟੌਪਿਕ ਹੈ। ਇਹਦੇ ਵਿੱਚੋਂ ਇੰਡੀਵਿਜੂਅਲ ਡਿਫਰੈਂਸਿਸ ਅਸੀਂ ਪਹਿਲਾਂ ਗੱਲ ਕੀਤੀ ਸੀ, ਬੱਚਿਆਂ ਦੀ ਕੋਈ ਸੈਗਰੀਗੇਸ਼ਨ ਨਹੀਂ ਹੋਣੀ ਚਾਹੀਦੀ, ਬੱਚਿਆਂ ਨਾਲ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ। ਠੀਕ ਹੈ ਜੀ, ਵਿਤਕਰਾ ਬਿਲਕੁਲ ਨਹੀਂ ਕਰਨਾ ਚਾਹੀਦਾ। ਬੱਚਿਆਂ ਨਾਲ ਵਿਤਕਰਾ ਕਿਸ ਦੇ ਬੇਸ ਤੇ ਨਹੀਂ ਕਰਨਾ ਚਾਹੀਦਾ, ਕਾਸਟ ਬੇਸ ਤੇ ਨਹੀਂ ਕਰਨਾ ਚਾਹੀਦਾ, ਰੇਸ ਬੇਸ ਤੇ ਨਹੀਂ ਕਰਨਾ ਚਾਹੀਦਾ, ਉਹਨਾਂ ਨਾਲ ਜਾਤ ਪਾਤ ਦੇ ਫਰਕ ਨਹੀਂ ਪੈਣੇ ਚਾਹੀਦੇ, ਜਾਂ ਉਹਨਾਂ ਨੂੰ ਜਿਹੜਾ ਸੀਗਾ ਅਲੱਗ-ਅਲੱਗ ਗਰੁੱਪ ਨਹੀਂ ਬਣਾਉਣੇ ਚਾਹੀਦੇ ਕਿ ਇੰਟੈਲੀਜੈਂਟ ਬੱਚੇ ਨੇ ਤੇ ਦੂਜੇ ਬੱਚੇ ਹੈਗੇ ਨੇ, ਇਸ ਤਰ੍ਹਾਂ ਦੇ ਗਰੁੱਪ ਨਹੀਂ ਬਣਾਉਣੇ ਚਾਹੀਦੇ। ਪਰ ਜਿਹੜੇ ਗਿਫਟਡ ਚਾਈਲਡ ਹੈਗੇ ਨੇ ਜਾਂ ਕੋਈ ਬੱਚੇ ਥੋੜੇ ਮੈਂਟਲੀ ਥੋੜੇ ਰਿਟਾਰਡਡ ਹੋਣਗੇ, ਉਹਨਾਂ ਵਾਸਤੇ ਟੀਚਰ ਵਿਲ ਹੈਵ ਟੂ ਟੇਕ ਇਨਟੂ ਕੰਸੀਡਰੇਸ਼ਨ देयर ਐਬਿਲਿਟੀਜ਼। ਠੀਕ ਹੈ, ਇਸ ਕਰਕੇ ਉਹ ਇੰਡੀਵਿਜੂਅਲ ਡਿਫਰੈਂਸਿਸ ਨੂੰ ਆਈਡੈਂਟੀਫਾਈ ਕਰਨਾ ਵੀ ਟੀਚਰ ਦਾ ਇੱਕ ਬਹੁਤ ਵੱਡਾ ਰੋਲ ਹੈ। ਦਿਸ ਹੈਜ਼ ਟੂ ਬੀ ਅੰਡਰਸਟੂਡ। ਔਰ ਕਿਉਂਕਿ ਐਸਾ ਬੱਚਾ ਤੁਹਾਨੂੰ ਮੈਂ ਜਿਵੇਂ ਗੱਲ ਕਹੀ ਕਿ ਉਹ ਕਲਾਸ 'ਚ ਬੋਰ ਹੋ ਜਾਏਗਾ ਤਾਂ ਦੈਟ ਮੀਨਸ ਉਹਦੇ ਵਾਸਤੇ ਕੋਈ ਹੋਰ ਚੈਲੰਜ ਬਣਾ ਕੇ ਰੱਖੀਏ, ਕਿਉਂਕਿ ਬੱਚੇ ਆਮ ਤੌਰ ਤੇ ਚੈਲੰਜ ਐਕਸੈਪਟ ਕਰਕੇ ਰੱਖਦੇ ਨੇ। ਠੀਕ ਹੈ, ਤੁਸੀਂ ਉਹਨੂੰ ਕੋਈ ਹੋਰ ਕੰਮ ਨਾਲ ਦੇ ਦਿਓਗੇ, ਅੱਛਾ ਤੂੰ ਇਹ ਕਰ ਲਿਆ, ਤੂੰ ਆਹ ਵਾਲੀ ਐਕਸਰਸਾਈਜ਼ ਹੁਣ ਕਰ ਰਿਹਾ ਹੈ ਨਾ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਐਕਸਲਰੇਟਿਡ ਜਿਹੜੀ ਸੀਗੀ ਉਹ ਗਰੋਥ ਮਟੀਰੀਅਲ ਜਿਹੜਾ ਸੀਗਾ ਉਹਨਾਂ ਨੂੰ ਦੇਣਾ ਚਾਹੀਦਾ। ਉਹ ਐਨਰਿਚਮੈਂਟ, ਠੀਕ ਹੈ ਜੀ, ਉਹਨਾਂ ਦੇ ਕੰਮ ਦੇ ਵਿੱਚ ਜਿਹੜੀ ਸੀਗੀ ਐਨਰਿਚਮੈਂਟ ਹੋਣੀ ਚਾਹੀਦੀ ਹੈ। ਦੈਟ ਮੀਨਸ ਇੱਕ ਬੈਟਰ, ਠੀਕ ਹੈ, ਸੋ ਜਾਂ ਤਾਂ ਡਾਈਵਰਸਿਟੀ ਹੋ ਜਾਏ ਉਹਨਾਂ ਦੇ ਕੰਮਾਂ ਦੇ ਵਿੱਚ ਜਾਂ ਉਹਨਾਂ 'ਚ ਐਨਰਿਚਮੈਂਟ ਹੋ ਜਾਏ। ਬੇਸਿਕਲੀ ਐਕਸਲਰੇਸ਼ਨ ਐਂਡ ਐਨਰਿਚਮੈਂਟ ਦੋਵੇਂ ਆਪਸ 'ਚ ਕੰਪਲੀਮੈਂਟਰੀ ਹੈਗੇ ਨੇ ਕਿ ਉਹਦਾ ਸਕੋਪ ਉਹਦਾ ਜਿਹੜਾ ਸੀਗਾ, ਜੋ ਪੜ੍ਹਾਈ ਦਾ ਸਕੋਪ ਹੈਗਾ ਉਹ ਵਾਈਡਰ ਹੋ ਜਾਏ ਉਹਦਾ ਉਹ। ਸੋ ਦੈਟ ਵਿਲ be enrichment whereby the gifted child works through the usual grades at the usual pace but with a curriculum supplemented of a variety of the cultural activities। ਠੀਕ ਹੈ ਜੀ, ਕਲਚਰਲ ਐਕਟੀਵਿਟੀਜ਼ ਜਿਹੜੀਆਂ ਸੀਗੀਆਂ ਉਹਦੇ ਨਾਲ ਹੋਰ ਕੋਈ ਐਡ ਕਰ ਦਿੱਤੀਆਂ। ਬੱਚਾ ਕੋਈ ਨਾ, ਗਿਫਟਡ ਚਾਈਲਡ ਦਾ ਮਤਲਬ ਇਹ ਨਹੀਂ ਕਿ ਪੜ੍ਹਾਈ ਦੇ ਵਿੱਚ ਚੰਗਾ ਹੋਵੇ। ਗਿਫਟਡ ਚਾਈਲਡ ਦਾ ਮਤਲਬ ਸਿਰਫ ਇਹੀ ਨਹੀਂ ਕਿ ਉਹ ਪੜ੍ਹਾਈ ਦੇ ਵਿੱਚ ਚੰਗਾ ਹੋਵੇ। ਠੀਕ ਹੈ, ਗਿਫਟਡ ਚਾਈਲਡ ਦਾ ਮਤਲਬ ਇਹ ਵੀ ਹੈ ਉਹ ਕਿਸੇ ਹੋਰ ਐਕਟੀਵਿਟੀ ਦੇ ਵਿੱਚ, ਉਹ ਪੇਂਟਿੰਗ 'ਚ ਅੱਛਾ ਹੋ ਸਕਦਾ ਹੈ, ਉਹ ਡਾਂਸ ਵਿੱਚ ਅੱਛਾ ਹੋ ਸਕਦਾ, ਉਹ ਸਿੰਗਿੰਗ 'ਚ ਅੱਛਾ ਹੋ ਸਕਦਾ, ਉਹ ਸਪੋਰਟਸ ਵਿੱਚ ਅੱਛਾ ਹੋ ਸਕਦਾ। ਸੋ ਉਹ ਕਿਸੇ ਵੀ ਫੀਲਡ ਦੇ ਵਿੱਚ ਉਹਦੀ ਵਿਜ਼ੂਅਲ ਕੈਪੈਸਿਟੀ ਜਿਹੜੀ ਸੀ ਉਹ ਬੈਟਰ ਹੋ ਸਕਦੀ ਹੈ, ਉਹ ਪਜ਼ਲ ਸੋਲਵ ਕਰਨ ਦੇ ਵਿੱਚ ਅੱਛਾ ਹੋ ਸਕਦਾ ਹੈ। ਸੋ ਦੇਰ ਕੈਨ ਬੀ ਡਿਫਰੈਂਟ ਟਾਈਪ ਆਫ ਐਕਟੀਵਿਟੀਜ਼ ਜਿਹਦੇ ਵਿੱਚ ਜੇ ਟੀਚਰ ਨੂੰ ਉਹ ਚੀਜ਼ ਸਮਝ ਆਉਂਦੀ ਹੈ ਤਾਂ ਉਹਨਾਂ ਕਿ ਵੀ ਇਸ ਚੀਜ਼ ਦੇ ਵਿੱਚ ਜ਼ਿਆਦਾ ਬੈਟਰ ਹੈਗਾ ਤਾਂ ਉਹਨੂੰ ਉਸ ਚੀਜ਼ ਦੇ ਵਿੱਚ ਉਹਨੂੰ ਹੋਰ ਨਾਲ ਪ੍ਰਮੋਟ ਕਰਨਾ ਚਾਹੀਦਾ। ਸੋ ਡਿਫਰੈਂਸੀਏਸ਼ਨ ਦਾ ਮਤਲਬ ਕੀ ਹੋਇਆ, ਐਕਸਲਰੇਸ਼ਨ ਵੀ ਕਰੋ ਤੇ ਉਹਦੀ ਐਨਰਿਚਮੈਂਟ ਵੀ ਕਰੋ। ਠੀਕ ਹੈ ਜੀ, ਉਹਨੂੰ ਤੇਜ਼ ਵੀ ਕਰਾਓ ਤੇ ਜ਼ਿਆਦਾ ਵੀ ਕਰਾਓ। ਠੀਕ ਹੈ ਨਾ, ਐਕਸਲਰੇਸ਼ਨ ਦਾ ਮਤਲਬ ਕੀ, ਤੁਸੀਂ ਸਾਇੰਸ ਦੇ ਵਿੱਚ ਪੜ੍ਹਿਆ ਨਾ ਐਕਸਲਰੇਸ਼ਨ। ਠੀਕ ਹੈ ਜੀ, ਵੈਲੋਸਿਟੀ ਐਂਡ ਐਕਸਲਰੇਸ਼ਨ ਹੁੰਦੀ ਹੈ ਕਿ ਐਕਸਲਰੇਸ਼ਨ ਕੀ ਹੁੰਦਾ, ਹੌਲੀ ਹੌਲੀ ਜਿਹੜੀ ਇੱਕ ਲੈਵਲ ਦੇ ਨਾਲ ਜਿਹੜੀ ਸਪੀਡ ਹੈ ਉਹਦੀ ਵੱਧਦੀ ਰਹਿੰਦੀ ਉਹ। ਠੀਕ ਹੈ ਜੀ, ਸੋ ਦੈਟ ਇਜ਼ ਐਕਸਲਰੇਸ਼ਨ। ਐਨਰਿਚਮੈਂਟ ਕੀ ਹੋਇਆ, ਜ਼ਿਆਦਾ ਕਰਾਤਾ ਤੁਸੀਂ ਉਹਨੂੰ ਉਹ। ਸੋ ਗਿਫਟਡ ਚਾਈਲਡ ਦੇ ਨਾਲ ਜਿਹੜਾ ਸੇ ਟੀਚਰ ਨੂੰ ਇਸ ਤਰੀਕੇ ਨਾਲ ਡੀਲ ਕਰਨਾ ਚਾਹੀਦਾ। ਆਪਾਂ ਵਿਲ ਕਮ ਡਾਊਨ ਟੂ ਦਿਸ ਇੰਡੀਵਿਜੂਅਲ ਡਿਫਰੈਂਸਿਸ ਦੇ ਵਿੱਚ ਆਪਾਂ ਇਸ ਪੁਆਇੰਟ ਨੂੰ ਥੋੜਾ ਜਿਹਾ ਹੋਰ ਡਿਟੇਲ ਦੀ ਡਿਸਕਸ ਕਰਦੇ ਹਾਂ। ਠੀਕ ਹੈ ਜੀ, ਸੋ ਗਿਫਟਡ ਚਾਈਲਡ ਇਹ ਜ਼ਰੂਰੀ ਨਹੀਂ ਕਿ ਨੰਬਰ ਉਹਦੇ ਜ਼ਿਆਦਾ ਆਉਣ, ਨਾਟ ਐਟ ਆਲ। ਇਹ ਜ਼ਰੂਰੀ ਨਹੀਂ ਉਹਦੇ ਕਿ ਨੰਬਰ ਉਹਦੇ ਜ਼ਿਆਦਾ ਆਉਣ, ਨੰਬਰ ਉਹਦੇ ਘੱਟ ਵੀ ਆ ਸਕਦੇ ਨੇ। ਠੀਕ ਹੈ ਜੀ, ਬਟ ਹੀ ਕੈਨ ਬੀ ਗਿਫਟਡ ਚਾਈਲਡ। ਟੀਚਰ ਦੇ ਉੱਤੇ ਬਹੁਤ ਡਿਪੈਂਡ ਕਰਦਾ ਕਿ ਹਾਊ ਡਜ਼ ਹੀ ਆਈਡੈਂਟੀਫਾਈ। ਸੋ ਵਾਂਸ ਅਗੇਨ ਇਹ ਜ਼ਰੂਰੀ ਨਹੀਂ ਕਿ ਵੀ ਬੱਚਾ ਪੜ੍ਹਾਈ ਦੇ ਵਿੱਚ ਹੀ ਬਹੁਤ ਚੰਗਾ ਹੈ। ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਉਹ ਦੂਜੀਆਂ ਚੀਜ਼ਾਂ ਦੇ ਵਿੱਚ ਬਹੁਤ ਅੱਛਾ ਹੋ ਸਕਦਾ ਹੈ। ਮੈਂ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀਗਾ ਕਿ ਬੱਚੇ ਇਸ ਤਰ੍ਹਾਂ ਦੇ ਬੱਚੇ ਕਿਵੇਂ ਆਈਡੈਂਟੀਫਾਈ ਹੋ ਜਾਂਦੇ ਨੇ ਔਰ ਫਿਰ ਉਹ ਕਿਸ ਤਰੀਕੇ ਦੇ ਸਵਾਲ ਜਿਹੜੇ ਸੀ ਟੀਚਰਾਂ ਨੂੰ ਪੁੱਛ ਲੈਂਦੇ ਨੇ। ਇੱਕ ਫੋਟੋ ਜਿਹੜੀ ਸੀਗੀ ਦਿਖਾਈ ਸਾਇੰਸ ਦੀ ਕਲਾਸ ਦੇ ਵਿੱਚ ਟੀਚਰ ਨੇ ਬੱਚਿਆਂ ਨੂੰ, ਤੇ ਇੱਕ ਜਿਹੜਾ ਸੀਗਾ ਜਾਨਵਰ ਸੀਗਾ ਉਹ ਬਹੁਤ ਤੇਜ਼ੀ ਨਾਲ ਚੱਲ ਰਿਹਾ ਸੀਗਾ। ਤੇ ਉਹ ਸਟੂਡੈਂਟ ਇੱਕ ਮਤਲਬ ਕਿ ਟੀਚਰ ਨੂੰ ਪੁੱਛਦਾ, ਸਰ ਇਹਦੀ ਜਿਹੜੀ ਟੋਜ਼ ਹੈਗੀਆਂ ਨੇ ਇਹ ਕੋਈ ਲੰਬੀਆਂ ਨੇ, ਟੋਜ਼ ਜ਼ਿਆਦਾ ਲੰਬੀਆਂ ਹੈਗੀਆਂ ਨੇ।
ਕਹਿੰਦੇ ਵੀ ਤੇਰੇ ਦਿਮਾਗ 'ਚ ਸਵਾਲ ਕਿੱਥੋਂ ਆਇਆ ਕਿ ਮੇਰੇ ਸਪੋਰਟਸ ਵਾਲੇ ਸਰ ਕਹਿ ਰਹੇ ਸੀਗੇ ਕਿ ਜਿਨ੍ਹਾਂ ਦੀਆਂ ਟੋਜ਼ ਲੰਬੀਆਂ ਹੁੰਦੀਆਂ ਨੇ ਉਹ ਜ਼ਿਆਦਾ ਤੇਜ਼ੀ ਨਾਲ ਚੱਲ ਸਕਦੇ ਨੇ। ਨਾਓ ਵਾਂਸ ਅਗੇਨ ਇਹ ਕੀ ਸ਼ੋ ਕਰਦਾ ਪਿਆ ਕਿ ਬੱਚੇ ਦੀ ਕੁਆਲਿਟੀ ਹੈ ਉਹ ਬਹੁਤ ਸਾਰੇ ਚੀਜ਼ਾਂ ਨੂੰ ਆਪਣੇ ਅੰਦਰ ਸਮੇਟ ਕੇ ਸਮਝ ਕੇ ਉਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਤਰੀਕੇ ਨਾਲ ਵੀ ਜਿਹੜੇ ਸੀਗੇ ਗਿਫਟਡ ਬੱਚੇ ਉਹ ਆਇਡੈਂਟੀਫਾਈ ਹੁੰਦੇ ਨੇ। ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਮਾਰਕਸ ਦੀ ਗੱਲ ਕਰੀਏ, ਬੇਸਿਕਲੀ ਤੁਸੀਂ ਦੇਖੋ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਇਹ ਤਾਂ ਪੜ੍ਹੇ ਹੀ ਨਹੀਂ ਸੀ ਹੋਏ, ਠੀਕ ਹੈ ਜੀ। ਅਕਬਰ ਬਿਲਕੁਲ ਪੜ੍ਹੇ ਹੀ ਨਹੀਂ ਸੀ ਹੋਇਆ, ਬਟ ਦੇ ਵਰ ਵੈਰੀ ਕੈਪੇਬਲ ਰੂਲਰਸ ਆਲਸੋ, ਠੀਕ ਹੈ ਜੀ। ਆਇਨਸਟਾਈਨ ਦੀ ਗੱਲ ਕਰਦੇ ਆ, ਇੱਕ ਕਲਰਕ ਲੱਗਿਆ ਸੀ ਜਾ ਕੇ ਕਿਤੇ ਇਹ, ਠੀਕ ਹੈ ਜੀ, ਔਰ ਉੱਥੇ ਸਟੋਰ ਦੇ ਵਿੱਚ ਕਲਰਕ ਲੱਗੇ ਨੇ, ਥਿਊਰੀ ਆਫ ਰਿਲੇਟਿਵਿਟੀ ਜਿਹੜੀ ਸੀ ਉਹ ਆਇਡੈਂਟੀਫਾਈ ਕਰ ਦਿੱਤੀ ਉਹ, ਠੀਕ ਹੈ। ਸੋ ਐਡੀਸਨ ਦੇ ਬਾਰੇ ਤੁਸੀਂ ਜਾਣਦੇ ਹੋਵੋਗੇ ਕਿ ਇਹਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਸੀਗਾ, ਔਰ ਸਕੂਲ ਤੋਂ ਜਦੋਂ ਇਹਦੀ ਕਹਾਣੀ ਜਿਹੜੀ ਸੀਗੀ ਸੋਸ਼ਲ ਮੀਡੀਆ ਤੇ WhatsApp ਤੇ ਬੜੀ ਚੱਲਦੀ ਰਹਿੰਦੀ ਹੈ ਕਿ ਐਡੀਸਨ ਨੂੰ ਸਕੂਲ ਤੋਂ ਕੱਢ ਦਿੱਤਾ ਔਰ ਚਿੱਠੀ ਦੇ ਦਿੱਤੀ ਉਹਦੇ ਪੇਰੈਂਟਸ ਨੂੰ ਇੱਕ ਨਾਲ ਉਹ, ਔਰ ਉਹਦੇ ਚਿੱਠੀ ਦੇ ਵਿੱਚ ਲਿਖ ਕੇ ਦੇ ਦਿੱਤਾ। ਮਾਂ ਨੇ, ਬੱਚੇ ਨੇ ਪੁੱਛਿਆ ਕਿ ਮਾਂ ਇਹਦੇ ਚਿੱਠੀ 'ਚ ਕੀ ਲਿਖਿਆ ਹੋਇਆ? ਮਾਂ ਨੇ ਕਿਹਾ ਚਿੱਠੀ ਦੇ ਵਿੱਚ ਲਿਖਿਆ ਹੋਇਆ ਕਿ ਇਹ ਬੱਚਾ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ, ਪਰ ਇਹ ਸਕੂਲ ਹੈਗਾ ਇਹਦੇ ਵਾਸਤੇ ਸਕੂਲ ਕਾਬਲ ਨਹੀਂ, ਇਹਨੂੰ ਤੁਸੀਂ ਘਰ ਹੀ ਪੜ੍ਹਾਓ। ਸੋ ਮਾਂ ਨੇ ਉਹਨੂੰ ਘਰ ਪੜ੍ਹਾਇਆ, ਔਰ ਇਹ ਐਡੀਸਨ ਜਿਹੜਾ ਸੀਗਾ ਇਹਨੇ ਕੋਈ 1070 ਦੇ ਕਰੀਬ ਜਿਹੜੇ ਸੀਗੀਆਂ ਇਨਵੈਂਸ਼ਨਸ ਕੀਤੀਆਂ, ਬਲਬ ਦੀ ਇਨਵੈਂਸ਼ਨ, ਔਰ ਹੋਰ ਤੁਸੀਂ ਦੇਖਦੇ ਹੋ ਕਿ ਕਿੰਨੀਆਂ ਸਾਰੀ ਇਨਵੈਂਸ਼ਨਸ ਕੀਤੀਆਂ ਇਹਨੇ, ਠੀਕ ਹੈ ਜੀ। ਔਰ ਜਦੋਂ ਇਹਦੀ ਮਦਰ ਦੀ ਡੈਥ ਹੋ ਗਈ, ਉਹ ਚਿੱਠੀ ਉਹਨੂੰ ਦੁਬਾਰਾ ਲੱਭੀ, ਉਹ ਚਿੱਠੀ ਦੇ ਵਿੱਚ ਕੀ ਲਿਖਿਆ ਸੀਗਾ ਕਿ ਇਹ ਮੰਦਬੁੱਧੀ ਬੱਚਾ ਹੈ, ਠੀਕ ਹੈ ਜੀ, ਔਰ ਇਹ ਜਿਹੜਾ ਸੀਗਾ ਇਹ ਸਕੂਲ ਦੇ ਵਿੱਚ ਪੜ੍ਹਨ ਦੇ ਕਾਬਿਲ ਨਹੀਂ। ਨੋ ਵਾਂਸ ਅਗੇਨ ਉਹ ਟੀਚਰ ਆਇਡੈਂਟੀਫਾਈ ਨਹੀਂ ਕਰ ਸਕੇ ਕਿ ਬੱਚਾ ਇੰਨਾ ਕਾਬਿਲ ਬੱਚਾ ਹੈਗਾ ਇਹ, ਠੀਕ ਹੈ ਜੀ, ਇਹਦੀ ਕੈਪੈਸਿਟੀ ਔਰ ਕੈਪੇਬਿਲਿਟੀ ਕੀ ਹੈਗੀ ਹੈ। ਸੋ ਇਟ ਇਜ਼ ਵਾਂਸ ਅਗੇਨ ਸ਼ੇਪਿੰਗ, ਕਿ ਬੱਚੇ ਨੂੰ ਕਿਸ ਤਰੀਕੇ ਨਾਲ ਤੁਸੀਂ ਸ਼ੇਪ ਕਰਦੇ ਹੋ, ਕਿਸ ਤਰੀਕੇ ਨਾਲ ਉਹਨੂੰ ਪੜ੍ਹਾ ਦਿੰਦੇ ਹੋ ਕਿ ਉਹ ਕਿਸ ਲੈਵਲ ਤੇ ਪਹੁੰਚ ਜਾਂਦਾ ਹੈ। ਰਾਮਾਨੁਜਨ ਮੈਥਮੈਟੀਸ਼ੀਅਨ, 32 ਸਾਲ ਦੀ ਉਮਰ ਦੇ ਵਿੱਚ ਇਹਦੀ ਡੈਥ ਵੀ ਹੋ ਗਈ, ਪਰ ਉਹਦੀਆਂ ਬਣਾਏ ਹੋਏ ਮੈਥਮੈਟੀਕਲ ਜਿਹੜੇ ਫਾਰਮੂਲਾਜ਼ ਹੈਗੇ ਨੇ ਅੱਜ ਸਾਇੰਸ ਦੇ ਵਿੱਚ ਅਪਲਾਈ ਹੁੰਦੇ ਪਏ ਨੇ, ਔਰ ਕਈ ਫਾਰਮੂਲੇ ਐਸੇ ਜਿਹੜੇ ਕਿ ਹਾਲ ਤੱਕ ਇਹ ਲੱਭ ਹੀ ਨਹੀਂ ਸਕੇ ਸੋਲੂਸ਼ਨ ਕੀ ਹੈਗਾ, ਪਰ ਉਹ ਫਾਰਮੂਲੇ ਜਿਹੜੇ ਹੈਗੇ ਨੇ ਉਹ ਠੀਕ ਹੈਗੇ ਨੇ ਉਹ, ਠੀਕ ਹੈ। ਤੇ ਔਰ ਵਾਂਸ ਅਗੇਨ ਕਿ ਉਹ ਕਦੇ BA ਨਹੀਂ ਕਰ ਸਕਿਆ। ਹੀ ਵਾਜ਼ ਸੈਂਟ ਟੂ UK, ਲੰਡਨ ਭੇਜਿਆ ਗਿਆ ਸੀਗਾ, ਪਰ ਉਹ BA ਨਹੀਂ ਪਾਸ ਕਰ ਸਕਿਆ ਉਹ, ਠੀਕ ਹੈ। ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਬੱਚੇ ਜਿਹੜੇ ਸੀਗੇ ਕਿਸੇ ਹਰ ਇੱਕ ਪਾਸੇ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੋਣ। ਜਿਹੜਾ ਮੈਥਮੈਟੀਸ਼ੀਅਨ ਰਾਮਾਨੁਜਨ ਸੀਗਾ, ਹੀ ਵਾਜ਼ ਵੈਰੀ ਗੁੱਡ ਐਟ ਮੈਥਮੈਟਿਕਸ, ਬਟ ਹੀ ਵਾਜ਼ ਨਾਟ ਗੁੱਡ ਐਟ ਅਦਰ ਸਬਜੈਕਟਸ, ਠੀਕ ਹੈ ਜੀ। ਤੁਸੀਂ ਨੈਸ਼ ਦਾ ਨਾਮ ਸੁਣਿਆ ਹੋਏਗਾ, ਠੀਕ ਹੈ ਜੀ। ਨੈਸ਼ ਇੱਕ ਨੋਬਲ ਪ੍ਰਾਈਜ਼ ਵਿਨਰ ਜਿਹੜੇ ਸੀਗੇ ਮੈਥਮੈਟੀਸ਼ੀਅਨ ਹੋਏ ਨੇ, ਠੀਕ ਹੈ ਜੀ। ਐਂਡ ਬੇਸਿਕਲੀ ਉਹ ਹੀ ਵਾਜ਼ ਉਹਨੂੰ ਮਤਲਬ ਕਿ ਬੜੀਆਂ ਹੋਰ ਚੀਜ਼ਾਂ ਨਜ਼ਰ ਆਉਂਦੀਆਂ ਸੀਗੀਆਂ ਉਹ, ਠੀਕ ਹੈ ਜੀ। ਉਹਨੂੰ ਸੁਪਨੇ ਜਿਹੇ ਬੜੇ ਆਉਂਦੇ ਸੀਗੇ, ਐਂਡ ਹੀ ਵਾਜ਼ ਡਿਕਲੇਅਰਡ ਕਿ ਹੀ ਇਜ਼ ਨਾਟ ਮੈਂਟਲੀ ਸਟੇਬਲ, ਪਰ ਨੋਬਲ ਪ੍ਰਾਈਜ਼ ਜਿਹੜੀ ਸੀਗੇ ਨੰਬਰ ਥਿਓਰੀ ਜਿਹੜੀ ਸੀਗੀ ਉਹਨੇ ਉਹ ਬਣਾਈ, ਠੀਕ ਹੈ ਜੀ। ਸੋ ਇਸ ਤਰੀਕੇ ਦੇ ਸਟੀਫਨ ਹਾਕਿੰਗ ਤੁਸੀਂ ਦੇਖਦੇ ਹੋ, ਸਟੀਫਨ ਹਾਕਿੰਗ ਬਿਲਕੁਲ ਕੰਪਲੀਟਲੀ ਪੈਰਾਲਾਈਜ਼ਡ ਪਰਸਨ, ਠੀਕ ਹੈ ਜੀ, ਈਵਨ ਬੋਲ ਵੀ ਨਹੀਂ ਸਕਦਾ, ਠੀਕ ਹੈ, ਔਰ ਅੱਖਾਂ ਦੇ ਥਰੂ ਮਤਲਬ ਕਿ ਝਪਕਾ ਕੇ ਜਿਹੜਾ ਸੀ ਉਹ ਬੋਲਦਾ ਸੀਗਾ। ਉਹ ਕਿੰਨਾ ਵੱਡਾ ਸਾਇੰਟਿਸਟ ਹੋਇਆ ਉਹ, ਔਰ ਕਿੰਨੀਆਂ ਥਿਓਰੀਜ਼ ਦਿੱਤੀਆਂ ਨੇ ਉਹ। ਸੋ ਜਦੋਂ ਅਸੀਂ ਗਿਫਟਡ ਚਾਈਲਡ ਨੂੰ ਆਇਡੈਂਟੀਫਾਈ ਕਰਨ ਤੋਂ ਇਨਕਾਰੀ ਹੋ ਜਾਂਦੇ ਆ ਜਾਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ, ਵੀ ਆਰ ਲੂਜ਼ਿੰਗ ਔਨ ਟੈਲੈਂਟ, ਠੀਕ ਹੈ ਜੀ। ਤੁਸੀਂ ਦੇਖਦੇ ਹੋ ਕਿ ਇੰਡੀਆ ਦੇ ਕਿੰਨੇ ਬੱਚੇ ਅਮਰੀਕਾ ਦੇ ਵਿੱਚ ਜਾ ਕੇ ਪੜ੍ਹ ਲਿਖ ਕੇ ਅੱਜ ਭਾਵੇਂ ਮਾਈਕਰੋਸਾਫਟ ਹੋਵੇ, ਭਾਵੇਂ ਐਲਫਾਬੈਟ ਹੋਵੇ, ਗੂਗਲ ਹੋਵੇ, ਭਾਵੇਂ ਤੁਹਾਡਾ IBM ਹੋਵੇ, ਭਾਵੇਂ ਐਡੋਬ ਹੋਵੇ, ਇਹ ਸਾਰੇ ਹੈਡ ਕੌਣ ਹੈਗੇ ਨੇ? ਇੰਡੀਅਨਸ ਹੈਗੇ ਨੇ। US ਦੇ ਵਿੱਚ ਜਿਹੜਾ ਸਪੈਲ ਵੀ ਇੱਕ ਕੰਪੀਟੀਸ਼ਨ ਹੁੰਦਾ, ਸਪੈਲਿੰਗ ਵਾਲਾ ਕੰਪੀਟੀਸ਼ਨ ਹੁੰਦਾ, ਪਿਛਲੇ 10-12 ਸਾਲ ਤੋਂ ਹਮੇਸ਼ਾ ਇੰਡੀਅਨ ਜਿੱਤੇ ਆਉਂਦੇ ਪਏ ਨੇ ਉਹ। ਸੋ ਕੋਈ ਨਾ ਕੋਈ ਕੁਆਲਿਟੀ ਤਾਂ ਹੈ ਇੰਡੀਅਨਸ ਦੇ ਵਿੱਚ ਜਿਹੜੀ ਕਿ ਇੰਡੀਆ 'ਚ ਅਸੀਂ ਐਕਸਪਲੋਰ ਨਹੀਂ ਕਰ ਰਹੇ, ਪਰ ਬਾਹਰ ਉਹ ਜਿਹੜੀ ਕੁਆਲਿਟੀਜ਼ ਹੈਗੀਆਂ ਨੇ ਉਹ ਐਕਸਪਲੋਰ ਹੋ ਰਹੀਆਂ ਨੇ ਉਹ, ਠੀਕ ਹੈ ਜੀ। ਕਾਮਨ ਕਰੈਕਟਰਿਸਟਿਕਸ ਆਫ ਦਾ ਗਿਫਟਡ ਚਾਈਲਡ ਆਲਸੋ, ਠੀਕ ਹੈ ਜੀ। ਮੈਂ ਤੁਹਾਡੇ ਨਾਲ ਇਹ ਸਾਰੇ ਸ਼ੇਅਰ ਕਰ ਹੀ ਚੁੱਕਿਆ, ਇਹਨਾਂ ਨੂੰ ਪੜ੍ਹ ਲਿਓ। ਪਹਿਲਾਂ ਵੈਸੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਹੀ ਚੁੱਕਿਆ ਹੋਇਆ। ਗਿਫਟਡ ਚਾਈਲਡ ਨॉन ਰਿਜ਼ਲਟਿਵ, ਨਾ ਇੱਕ ਕੁਐਸਚਨ MCQ ਹੈ, ਠੀਕ ਹੈ ਜੀ। ਇਹ ਥੋੜਾ ਹਿਲ ਗਿਆ ਇੱਥੇ ਇਹ, ਠੀਕ ਹੈ ਜੀ। ਸੋ ਬਟ gifted students are non-assertive of their needs, independent in their judgments, independent of their teachers, introvert in nature, ठीक है जी। non-assertive ਦਾ ਕੀ ਮਤਲਬ ਹੋਇਆ ਉਹ ਕਿ ਆਪਣੀ ਲੋੜਾਂ ਦਾ ਦਾਵਾ ਨਹੀਂ ਕਰਦੇ, ਬਈ ਠੀਕ ਹੈ ਜੋ ਵੀ ਹੈ ਸਭ ਠੀਕ ਠਾਕ ਹੈ ਨਾ। independent in their judgments, ਉਹ ਆਪਣੇ ਖਿਆਲਾਤ ਪੂਰੇ ਪ੍ਰਗਟ ਕਰਦੇ ਨੇ ਉਹ,
ਔਰ ਉਹਨਾਂ ਦੇ ਜਿਹੜੇ ਵਿਊਜ਼ ਹੁੰਦੇ ਨੇ ਉਸ ਚੀਜ਼ ਨੂੰ ਉਹ ਦਰਸਾਉਂਦੇ ਨੇ। ਉਹ ਇੰਡੀਪੈਂਡੈਂਟ ਆਫ ਦਾ ਟੀਚਰਸ, ਠੀਕ ਹੈ ਜੀ, ਉਹ ਟੀਚਰਾਂ ਦੀ ਜਿਹੜੀ ਸੀਗੀ ਉਹ ਗੱਲ ਨਹੀਂ ਸੁਣਦੇ, ਆਪਣੀ ਮਨਮਰਜ਼ੀ ਕਰਦੇ ਨੇ। ਇੰਟਰੋਵਰਟ ਇਨ ਦਾ ਨੇਚਰ, ਉਹ ਬੇਸਿਕਲੀ ਕਿਸੇ ਲੋਕਾਂ ਦੇ ਨਾਲ ਘੱਟ ਗੱਲਬਾਤ ਕਰਦੇ ਨੇ ਉਹ, ਔਰ ਬਹੁਤੀਆਂ ਗੱਲਾਂ ਨਹੀਂ ਮਾਰਦੇ। ਇਹਨਾਂ ਚੋਂ ਕਿਹੜੀ ਆਪਸ਼ਨ ਜਿਹੜੀ ਸੀਗੀ ਉਹ ਠੀਕ ਹੈਗੀ ਆ? ਉਹ ਨॉन ਅਸਰਟਿਵ ਆਫ देयर ਨੀਡਸ, ਠੀਕ ਹੈ ਜੀ, ਇਹ ਡੈਫੀਨਿਟਲੀ ਜਿਹੜੀ ਸੀਗੀ ਇਹ ਆਪਸ਼ਨ ਗਲਤ ਹੈਗੀ ਹੈ। ਨॉन ਅਸਰਟਿਵ ਆਫ देयर ਨੀਡਸ, ਜਿਹੜੇ ਬੱਚੇ ਗਿਫਟਡ ਹੈਗੇ ਨੇ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਨੇ, ਠੀਕ ਹੈ ਜੀ, ਔਰ ਕਿਤੇ ਨਾ ਕਿਤੇ ਜਿਹੜਾ ਸੀਗਾ ਜੇ ਟੀਚਰ ਇਗਨੋਰ ਕਰੇ ਤਾਂ ਕਿਤੇ ਨਾ ਕਿਤੇ ਹੋਰ ਉਹਨਾਂ ਦੀ ਜਿਹੜੀ ਕੁਆਲਿਟੀਜ਼ ਹੈਗੀਆਂ ਨੇ ਉਹ ਨਿਖਰ ਕੇ ਆਉਂਦੀਆਂ ਨੇ, ਬਾਹਰ ਹੋਰ ਆਉਂਦੀਆਂ ਨੇ ਉਹ। ਪਰ ਸਾਡੀ ਜਿਹੜੀ ਸੀਗੀ ਸੁਸਾਇਟੀ ਦੀ ਨੀਡ ਕੀ ਹੈ? ਸਾਡੀ ਸੁਸਾਇਟੀ ਨੀਡ ਹੈ ਸਕੂਲਿੰਗ ਦੇ ਨਾਲ ਉਹਦੀ ਐਜੂਕੇਸ਼ਨ, ਔਰ ਜੇ ਐਜੂਕੇਸ਼ਨ ਜਿਹੜੀ ਸੀ ਉਹਨਾਂ ਦੀ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਗਈ ਤਾਂ ਸੁਸਾਇਟੀ ਜਿਹੜੀ ਸੀਗੀ ਉਹ ਸਫਰ ਕਰੇਗੀ। ਇਸ ਕਰਕੇ ਟੀਚਰਸ ਹੈਵ ਟੂ ਬੀ ਮੋਰ ਜਿਹੜੇ ਸੀਗੇ ਉਹਦੇ ਬਾਰੇ ਖਿਆਲ ਹੋਣਾ ਚਾਹੀਦਾ। ਸੋ ਇੰਡੀਪੈਂਡੈਂਟ ਇਨ देयर ਜਜਮੈਂਟਸ, ਇੰਟਰੋਵਰਟ ਇਨ ਨੇਚਰ, ਠੀਕ ਹੈ ਜੀ, ਇਸ ਚੀਜ਼ ਦਾ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਕਿ ਸਾਰੇ ਜਿੰਨੇ ਗਿਫਟਡ ਚਿਲਡਰਨ ਹੁੰਦੇ ਨੇ ਇੰਟਰੋਵਰਟ ਹੁੰਦੇ ਨੇ ਕਿ ਲੋਕਾਂ ਨਾਲ ਮਿਕਸਅਪ ਨਹੀਂ ਹੁੰਦੇ। ਐਸਾ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਵੀ ਉਹ ਸਾਰੇ ਜਿੰਨੇ ਵੀ ਗਿਫਟਡ ਚਿਲਡਰਨ ਹੁੰਦੇ ਨੇ ਕਿਸੇ ਨਾਲ ਗੱਲਬਾਤ ਨਹੀਂ ਕਰਦੇ। ਇੰਡੀਪੈਂਡੈਂਟ ਆਫ ਦਾ ਟੀਚਰਸ ਆਲਸੋ, ਠੀਕ ਹੈ ਜੀ, ਕਿ ਉਹ ਟੀਚਰਾਂ ਦੀ ਗੱਲ ਦਾ ਧਿਆਨ ਨਹੀਂ ਰੱਖਦੇ। ਸਟੂਡੈਂਟਸ ਆਲਵੇਜ਼ ਟੇਕ ਕੇਅਰ ਕਿ ਉਹ ਟੀਚਰਸ ਦੀ ਗੱਲ ਧਿਆਨ ਨਾਲ ਸੁਣਦੇ ਨੇ। ਔਰ ਇੰਡੀਪੈਂਡੈਂਟ ਇਨ ਦੇ ਜਜਮੈਂਟਸ, ਠੀਕ ਹੈ ਜੀ, ਜੇ ਆਪਾਂ ਨੇ ਗੱਲ ਕੀਤੀ ਕਿ ਉਹ ਆਪਣਾ ਇੱਕ ਵਿਊ ਪੁਆਇੰਟ ਰੱਖਦੇ ਨੇ, ਉਹ ਕੀ ਕਰਦੇ ਨੇ, ਕੋਈ ਪੈਰਾ ਪੜਿਆ ਤੇ ਉਹਦਾ ਕਨਕਲੂਜਨ ਜਿਹੜਾ ਸੀ ਫਟ ਡਿਰਾਈਵ ਕਰ ਲੈਂਦੇ ਨੇ। ਦੈਟ ਮੀਨਸ ਦੇ ਆਰ ਇੰਡੀਪੈਂਡੈਂਟ ਇਨ देयर ਜਜਮੈਂਟਸ। ਸੋ ਸਾਡਾ ਜਵਾਬ ਕੀ ਹੋਏਗਾ? ਉਹ ਬੀ ਆਪਸ਼ਨ ਸਾਡਾ ਜਵਾਬ ਹੋਏਗਾ, ਇੰਡੀਪੈਂਡੈਂਟ ਇਨ देयर ਜਜਮੈਂਟਸ। ਸੋ ਕੁਝ ਹੋਰ ਸਵਾਲ ਆਪਾਂ ਕਰਾਂਗੇ। ਸੋ ਪਹਿਲਾਂ ਆਪਾਂ ਦੇਖਦੇ ਹਾਂ ਕਿ ਇੰਡੀਵਿਜੂਅਲ ਡਿਫਰੈਂਸਿਸ, ਠੀਕ ਹੈ ਜੀ, ਅਸੀਂ ਜਿਹੜੀ ਪਹਿਲੀ ਵੀਡੀਓ ਸੀ ਉਹਦੇ 'ਚ ਆਪਾਂ ਗੱਲ ਕੀਤੀ ਸੀਗੀ ਕਿ ਬੱਚਿਆਂ ਦੇ ਨਾਲ ਕੋਈ ਭੇਦਭਾਵ ਨਹੀਂ ਕਰਨਾ, ਔਰ ਇਹ ਕੋਈ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ, ਕਾਸਟ ਬੇਸ ਤੇ ਨਹੀਂ ਹੋਣੀ ਚਾਹੀਦੀ, ਕਲਰ ਬੇਸ ਤੇ ਨਹੀਂ ਹੋਣੀ ਚਾਹੀਦੀ, ਸਟੇਟ ਬੇਸ ਤੇ ਨਹੀਂ ਹੋਣੀ ਚਾਹੀਦੀ, ਕੰਟਰੀ ਬੇਸ ਤੇ ਨਹੀਂ ਹੋਣੀ ਚਾਹੀਦੀ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਪਰ ਬੱਚੇ ਆਪਣੇ ਆਪ ਦੇ ਵਿੱਚ ਵਿਲੱਖਣ ਹੁੰਦੇ ਨੇ, ਸਾਰੇ ਬੱਚੇ ਆਪਣੇ ਆਪ 'ਚ ਵਿਲੱਖਣ ਹੁੰਦੇ ਨੇ। ਆਪਾਂ ਗੱਲ ਕੀਤੀ IQ ਲੈਵਲ ਬੱਚਿਆਂ ਦਾ ਵੱਖ-ਵੱਖ ਹੈਗਾ, ਠੀਕ ਹੈ ਜੀ, ਪਰ ਦੈਟ ਮੀਨਸ ਅਸੀਂ IQ ਲੈਵਲ ਦੇ ਉੱਤੇ ਵੀ ਬੱਚਿਆਂ ਨੂੰ ਜਿਹੜਾ ਸੀਗਾ ਅਸੀਂ ਡਿਫਰੈਂਸ਼ੀਏਟ ਨਹੀਂ ਕਰਨਾ, ਉਹਨਾਂ ਦੇ ਨਾਲ ਕੋਈ ਡਿਫਰੈਂਸ ਨਹੀਂ ਕ੍ਰੀਏਟ ਕਰਨਾ। ਸਾਰੇ ਬੱਚਿਆਂ ਨੂੰ ਇੱਕੋ ਤਰ੍ਹਾਂ ਦੀ ਕਲਾਸਰੂਮ ਦੇ ਵਿੱਚ ਪੜਾਉਣਾ ਅਸੀਂ ਉਹ, ਠੀਕ ਹੈ। ਸੋ ਨਾਟ ਟੂ ਡਿਸਕ੍ਰਿਮੀਨੇਟ, ਆਪਾਂ ਨੇ ਪਹਿਲਾਂ ਕੀਤਾ ਹੈ, ਬੱਚਿਆਂ ਨਾਲ ਆਪਾਂ ਡਿਸਕ੍ਰਿਮੀਨੇਟ ਨਹੀਂ ਕਰਨਾ ਜਾਂ ਉਹਨਾਂ ਨੂੰ ਸੈਗਰੀਗੇਟ ਨਹੀਂ ਕਰਨਾ, ਰੇਸ, ਕੰਟਰੀ, ਕਲਰ, ਕਾਸਟ, ਕਿਸੇ ਬੇਸ ਤੇ ਡਿਸਕ੍ਰਿਮੀਨੇਟ ਨਹੀਂ ਕਰਨਾ, ਠੀਕ ਹੈ ਜੀ। ਪਰ ਸਾਡਾ ਟਾਰਗੇਟ ਕੀ ਹੈ ਕਿ ਜਿਹੜੇ ਬੱਚੇ ਕਲਾਸ ਦੇ ਵਿੱਚ ਬੈਠੇ ਨੇ, ਭਾਵੇਂ ਉਹਨਾਂ ਦਾ IQ ਲੈਵਲ ਘੱਟ ਹੈ ਭਾਵੇਂ ਵੱਧ ਹੈ, ਠੀਕ ਹੈ ਜੀ, ਉਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈਗਾ ਉਹ ਘਟੇ, ਉਹ ਵਧਣਾ ਨਹੀਂ ਚਾਹੀਦਾ, ਉਹ ਘਟਣਾ ਚਾਹੀਦਾ, ਤਾਂ ਕਿ ਬੱਚੇ ਕਿਉਂਕਿ ਬੱਚੇ ਆਪਸ ਵਿੱਚ ਇੱਕ ਦੂਜੇ ਤੋਂ ਬਹੁਤ ਕੁਝ ਸਿੱਖਦੇ ਨੇ, ਠੀਕ ਹੈ। ਦੈਟ ਇਜ਼ ਦ ਫਰਸਟ ਪਾਰਟ ਆਫ ਇਟ। ਔਰ ਦੂਜੀ ਗੱਲ ਕਿ ਟੀਚਰ ਵਾਸਤੇ ਕੀ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਇੰਡੀਵਿਜੂਅਲ ਡਿਫਰੈਂਸਿਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਪ੍ਰਮੋਟ ਕਰੇ। ਇੰਡੀਵਿਜੂਅਲ ਡਿਫਰੈਂਸਿਸ ਨੂੰ ਕੀ ਕਰਨਾ? ਪ੍ਰਮੋਟ ਕਰਨਾ, ਉਹਨਾਂ ਦੀ ਕੁਆਲਿਟੀਜ਼ ਨੂੰ। ਜਿਵੇਂ ਆਪਾਂ ਗੱਲ ਕਰ ਰਹੇ ਸੀ ਗਿਫਟਡ ਚਿਲਡਰਨ ਦੀ ਗੱਲ ਕਰ ਰਹੇ ਸੀਗੇ, ਗਿਫਟਡ ਚਿਲਡਰਨ ਨੂੰ ਆਇਡੈਂਟੀਫਾਈ ਕਰਨਾ, ਉਹਨੂੰ ਪ੍ਰਮੋਟ ਕਰਨਾ, ਜਿਸ ਚੀਜ਼ ਦੇ ਵਿੱਚ ਉਹ ਜ਼ਿਆਦਾ ਚੰਗਾ ਉਹਨੂੰ ਜਿਹੜਾ ਸੀਗਾ ਉਹਨੂੰ ਅੱਗੇ ਲੈ ਕੇ ਆਉਣਾ ਸੀ ਉਹ, ਠੀਕ ਹੈ ਜੀ। ਸੋ ਕੈਟਾਗਰਾਈਜ਼ ਵਨਸ ਹਮੇਸ਼ਾ ਹੋਣੀ ਚਾਹੀਦੀ ਹੈ। ਉਹ ਬੱਚੇ ਕੀ ਕਰਦੇ ਨੇ, ਉਹਨਾਂ 'ਚ ਪ੍ਰੋਬਲਮ ਸੋਲਵਿੰਗ ਦੀ ਕੈਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈ, ਵਰਬਲ ਕੁਆਲਿਟੀ ਵੀ ਬੈਟਰ ਹੁੰਦੀ ਹੈ, ਸਿੰਗਿੰਗ, ਪੇਂਟਿੰਗ, ਸਪੋਰਟਸ, ਡਾਂਸਿੰਗ, ਠੀਕ ਹੈ ਜੀ, ਇਹ ਕਿਸੇ ਵੀ ਐਕਟੀਵਿਟੀ ਦੇ ਵਿੱਚ ਉਹ ਬੈਟਰ ਹੋ ਸਕਦੇ ਨੇ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਨਾਓ ਕੁਐਸਚਨ ਇਜ਼ ਕਿ ਇੱਕ ਬੱਚਾ ਜਿਹੜਾ ਸੀਗਾ ਪੇਂਟਿੰਗ 'ਚ ਬਹੁਤ ਚੰਗਾ ਹੈ, ਇੱਕ ਬੱਚੇ ਨੂੰ ਪੇਂਟਿੰਗ 'ਚ ਕੋਈ ਸ਼ੌਕ ਹੀ ਨਹੀਂ, ਦੋਨਾਂ ਦੇ ਵਿੱਚ ਬਰਾਬਰ ਦਾ ਮਤਲਬ ਕਿ ਉਹਨਾਂ ਦੇ ਟ੍ਰੀਟਮੈਂਟ ਹੋਣਾ ਚਾਹੀਦਾ, ਠੀਕ ਹੈ ਜੀ। ਆਮ ਦੇ ਕਹਿਣਗੇ ਹਾਂਜੀ ਬਰਾਬਰ ਦਾ ਟ੍ਰੀਟਮੈਂਟ, ਸਾਰੇ ਬੱਚੇ ਬਰਾਬਰ ਦੇ ਹੁੰਦੇ ਨੇ ਤੇ ਬਰਾਬਰ ਦਾ ਟ੍ਰੀਟਮੈਂਟ ਹੋਣਾ ਚਾਹੀਦਾ। ਜਿਹੜੇ ਬੱਚੇ ਦੇ ਵਿੱਚ ਆਰਟਸ ਦੀ ਜਾਂ ਉਹਦੇ 'ਚ ਹੁਨਰ ਹੈਗਾ ਤਾਂ ਉਹਨੂੰ ਆਇਡੈਂਟੀਫਾਈ ਕਰਕੇ ਉਹਨੂੰ ਪ੍ਰਮੋਟ ਕਰਨਾ ਚਾਹੀਦਾ। ਇਹ ਕੋਈ ਉਹਦੇ ਵਿਤਕਰਾ ਕਰਨ ਵਾਲੀ ਗੱਲ ਨਹੀਂ ਹੈਗੀ। ਜਿਹੜੇ ਬੱਚਾ ਲੈਟ ਅਸ ਸੇ ਕਿ ਉਹ ਪੇਂਟਿੰਗ ਦੇ ਵਿੱਚ ਅੱਛਾ ਨਹੀਂ ਹੈ, ਹੋ ਸਕਦਾ ਉਹ ਸਪੋਰਟਸ ਵਿੱਚ ਅੱਛਾ ਹੋਵੇ, ਉਹਨੂੰ ਉਹਦੇ 'ਚ ਪ੍ਰਮੋਟ ਕਰੋ। ਹੋ ਸਕਦਾ ਉਹ ਸਿੰਗਿੰਗ ਦੇ ਵਿੱਚ ਅੱਛਾ ਹੋਵੇ, ਉਹਨੂੰ ਉਹਦੇ 'ਚ ਪ੍ਰਮੋਟ ਕਰੋ। ਹੋ ਸਕਦਾ ਉਹਦੀ ਵਰਬਲ ਐਬਿਲਿਟੀ ਜ਼ਿਆਦਾ ਹੋਵੇ, ਉਹਨੂੰ ਉਹਦੇ 'ਚ ਪ੍ਰਮੋਟ ਕਰੋ, ਠੀਕ ਹੈ। ਹੋ ਸਕਦਾ ਉਹ ਕਿਸੇ ਹੋਰ ਗੇਮ ਦੇ ਵਿੱਚ ਅੱਛਾ ਹੋਵੇ, ਸਾਇੰਸ ਦੇ ਵਿੱਚ ਅੱਛਾ ਹੋਵੇ ਜਾਂ ਆਰਟ ਦੇ ਵਿੱਚ ਅੱਛਾ ਹੋਵੇ, ਠੀਕ ਹੈ, ਉਹਦੇ 'ਚ ਪ੍ਰਮੋਟ ਕਰੋ। ਕੰਪੋਜੀਸ਼ਨ 'ਚ ਅੱਛਾ ਹੋਵੇ,
ਉੱਥੇ ਪ੍ਰਮੋਟ ਕਰੋ। ਛੋਟੇ ਛੋਟੇ ਬੱਚੇ ਅਸੀਂ ਦੇਖਦੇ ਹਾਂ ਕਈ ਵਾਰੀ ਉਹ ਵੱਡੇ ਵੱਡੇ ਲੈਕਚਰ ਦੇ ਜਾਂਦੇ ਨੇ ਉਹ, ਠੀਕ ਹੈ ਜੀ। ਛੋਟੇ ਛੋਟੇ ਬੱਚੇ ਕਈਆਂ ਨੂੰ ਗੀਤਾ ਪੂਰੀ ਯਾਦ ਹੈ ਜਾਂ ਆਪਣਾ ਪਾਠ ਉਹਨਾਂ ਨੂੰ ਪੂਰਾ ਯਾਦ ਹੁੰਦਾ ਉਹ, ਠੀਕ ਹੈ। ਦੈਟ ਮੀਨਸ ਉਹਨਾਂ ਦੀ ਮੈਂਟਲ ਐਬਿਲਿਟੀ ਜ਼ਿਆਦਾ ਹੈਗੀਆਂ ਨੇ, ਉਹਨਾਂ ਨੂੰ ਉਸ ਤਰੀਕੇ ਦੇ ਨਾਲ ਪ੍ਰਮੋਟ ਕੀਤਾ ਜਾਣਾ ਚਾਹੀਦਾ। ਸੋ ਡਿਫਰੈਂਸਿਸ ਨੂੰ ਇਗਨੋਰ ਨਹੀਂ ਕਰਨਾ, ਡਿਫਰੈਂਸਿਸ ਨੂੰ ਪ੍ਰਮੋਟ ਕਰਨਾ ਹੈ ਇੱਥੇ ਉਹ। ਔਰ ਇਹ ਵਾਲੀ ਪ੍ਰਮੋਸ਼ਨ ਜਿਹੜੀ ਸੀਗੀ ਇਹ ਉਹ ਡਿਫਰੈਂਸੀਏਸ਼ਨ ਜਾਂ ਡਿਫਰੈਂਸੀਏਸ਼ਨ ਤੇ ਡਿਸਕ੍ਰਿਮੀਨੇਸ਼ਨ ਦੋਨਾਂ 'ਚ ਫਰਕ ਹੁੰਦਾ ਹੈ, ਠੀਕ ਹੈ ਜੀ। ਅਸੀਂ ਕੀ ਕਿ ਡਿਫਰੈਂਸਿਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਡਿਫਰੈਂਸਿਸ ਨੂੰ ਪੋਜ਼ਿਟਿਵ ਡਿਫਰੈਂਸਿਸ ਨੂੰ ਪ੍ਰਮੋਟ ਕਰਨਾ ਹੈ, ਡਿਸਕ੍ਰਿਮੀਨੇਸ਼ਨ ਨੂੰ ਜਿਹੜਾ ਸੀਗਾ ਅਸੀਂ ਉਹ ਨਹੀਂ ਹੋਣ ਦੇਣਾ ਉਹ, ਠੀਕ ਹੈ ਜੀ। ਸੋ ਦੈਟ ਇਜ਼ ਦ ਮੇਨ ਪੁਆਇੰਟ ਹੇਅਰ ਕਿ ਇੰਡੀਵਿਜੂਅਲ ਡਿਫਰੈਂਸਿਸ ਜਿਹੜਾ ਸੀਗਾ ਉਹ ਨੂੰ ਅਸੀਂ ਪ੍ਰਮੋਟ ਕਰਨਾ ਹੈ ਕਿ ਸਾਰਿਆਂ ਨਾਲ ਬਰਾਬਰੀ ਦਾ ਜਿਹੜਾ ਵਰਤਾਵ ਦਾ ਮਤਲਬ ਇੱਥੇ ਕੀ ਹੋਇਆ ਕਿ ਜਿਹੜਾ ਡਰਾਇੰਗ ਦੇ ਵਿੱਚ ਅੱਛਾ ਹੈ ਤੇ ਜਿਹੜਾ ਡਰਾਇੰਗ 'ਚ ਮਾੜਾ ਹੈ ਦੋਨਾਂ ਨੂੰ ਬਰਾਬਰ ਦਾ ਵਰਤਾਅ ਕਰੋ, ਨੋ, ਠੀਕ ਹੈ ਜੀ। ਜਿਹੜਾ ਸਪੋਰਟਸ ਦੇ ਵਿੱਚ ਫੁੱਟਬਾਲ ਦੇ ਵਿੱਚ ਅੱਛਾ ਹੈ ਤੇ ਆਪਣਾ ਉਹਨੂੰ, ਔਰ ਜਿਹੜਾ ਅੱਛਾ ਨਹੀਂ ਖੇਡਦਾ ਉਹਦੇ ਨਾਲ ਬਰਾਬਰ ਦਾ ਵਰਤਾਅ ਕਰੋ, ਨੋ। ਜਿਹੜਾ ਫੁੱਟਬਾਲ ਦੇ ਵਿੱਚ ਅੱਛਾ ਉਹਨੂੰ ਫੁੱਟਬਾਲ ਜਿਹੜੀ ਸੀ ਉਹਦੇ ਵਾਸਤੇ ਉਹਨੂੰ ਪ੍ਰਮੋਟ ਕੀਤਾ ਜਾਏਗਾ, ਕ੍ਰਿਕਟ ਦੇ ਵਿੱਚ ਅੱਛਾ ਉਹਨੂੰ ਕ੍ਰਿਕਟ ਵਾਸਤੇ ਪ੍ਰਮੋਟ ਕੀਤਾ ਜਾਏਗਾ, ਜਿਹੜਾ ਸਿੰਗਿੰਗ 'ਚ ਅੱਛਾ ਉਹਨੂੰ ਸਿੰਗਿੰਗ ਵਾਸਤੇ ਪ੍ਰਮੋਟ ਕੀਤਾ ਜਾਏਗਾ, ਠੀਕ ਹੈ ਜੀ। ਸੋ ਦੈਟ ਮੀਨਸ ਦੇयर कैन नॉट बी स्टैंडर्ड ट्रीटमेंट ऑफ ऑल द चिल्ड्रन, देयर कैन नॉट बी स्टैंडर्ड ट्रीटमेंट ऑफ ऑल द चिल्ड्रन, ठीक है जी। ਇੱਥੇ ਸਾਡੀ ਜਿਹੜੀ ਸੀ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ, ਇੱਥੇ ਡਿਫਰੈਂਸੀਏਸ਼ਨ ਹੋਏਗੀ। ਸੋ ਸਾਨੂੰ ਡਿਸਕ੍ਰਿਮੀਨੇਸ਼ਨ ਤੇ ਡਿਫਰੈਂਸੀਏਸ਼ਨ ਦੇ ਵਿੱਚ ਫਰਕ ਜਿਹੜਾ ਸੀਗਾ ਉਹ ਵੀ ਪਤਾ ਹੋਣਾ ਚਾਹੀਦਾ ਕਿ ਜਦੋਂ ਇਸ ਤਰੀਕੇ ਦਾ ਸਵਾਲ ਆ ਜਾਏ, ਜਦੋਂ ਇੰਡੀਵਿਜੂਅਲ ਦੀ ਗੱਲ ਹੋਏਗੀ ਉੱਥੇ ਜਦੋਂ ਡਿਫਰੈਂਸੀਏਸ਼ਨ ਪੋਜ਼ਿਟਿਵ ਤਰੀਕੇ ਨਾਲ ਹੀ ਹੋਵੇ ਤਾਂ ਤੁਹਾਡਾ ਜਵਾਬ ਜਿਹੜਾ ਸੀ ਉਸ ਤਰੀਕੇ ਦਾ ਹੋਣਾ ਚਾਹੀਦਾ। ਸੋ ਦੈਟ ਇਜ਼ ਵਾਟ ਯੂ ਸ਼ੁੱਡ ਅੰਡਰਸਟੈਂਡ ਆਲਸੋ। ਸੋ ਸਾਡਾ ਤੀਜਾ ਟੌਪਿਕ ਕੀ ਹੈ, ਦੈਟ ਇਜ਼ ਇਨਕਲੂਸਿਵ ਐਜੂਕੇਸ਼ਨ। ਇਨਕਲੂਸਿਵ ਐਜੂਕੇਸ਼ਨ ਜਿਹੜੀ ਸੀਗੀ ਇਹ ਸਮਾਵੇਸ਼ੀ ਸਿੱਖਿਆ ਹੋ ਗਈ ਤੁਹਾਡੀ ਉਹ ਨਾ। ਅਸੀਂ ਪਹਿਲਾਂ ਅੱਜ ਕੱਲ੍ਹ ਕੋਐਡ ਸਕੂਲਸ ਹੈਗੇ ਨੇ। ਪਹਿਲਾਂ ਮੁੰਡਿਆਂ ਦੇ ਸਕੂਲ ਅਲੱਗ ਹੁੰਦੇ ਸੀ, ਕੁੜੀਆਂ ਦੇ ਅਲੱਗ ਹੁੰਦੇ ਸੀਗੇ, ਹੁਣ ਇਹ ਪ੍ਰਮੋਟ ਕੀਤੇ ਜਾ ਰਹੇ ਨੇ ਕਿ ਕੋ ਐਜੂਕੇਸ਼ਨ ਹੋਏਗੀ ਉਹ, ਹੈ। ਜਾਂ ਪਹਿਲਾਂ ਅਸੀਂ ਕੀ ਦੇਖਦੇ ਸੀਗੇ ਕਿ ਜਿਹੜੇ ਡਿਫਰੈਂਟਲੀ ਏਬਲਡ ਚਿਲਡਰਨ ਹੈਗੇ ਨੇ ਉਹਨਾਂ ਦੇ ਸਕੂਲ ਅਲੱਗ ਹੁੰਦੇ ਸੀਗੇ ਤੇ ਬਾਕੀਆਂ ਦੇ ਅਲੱਗ ਹੁੰਦੇ ਸੀਗੇ। ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜਾ ਸਾਡਾ ਨੈਸ਼ਨਲ ਕਰਿਕੂਲਮ ਫਰੇਮਵਰਕ ਹੈਗਾ ਉਹ ਕਹਿੰਦਾ ਕਿ ਨਹੀਂ, ਜਿਹੜੇ ਫਿਜ਼ੀਕਲੀ ਡਿਸੇਬਲਡ ਚਿਲਡਰਨ ਹੈਗੇ ਨੇ, ਜਿਹੜੇ ਕਿ ਮੈਂਟਲੀ ਡਿਸੇਬਲਡ ਚਿਲਡਰਨ ਹੈਗੇ ਨੇ ਜਾਂ ਮੈਂਟਲੀ ਰਿਟਾਰਡਡ ਹੈਗੇ ਨੇ, ਜਿਹਨਾਂ ਉਸਦੀ ਵਰਡ ਹੀ ਨਹੀਂ ਯੂਜ਼ ਕਰਦੇ ਅਸੀਂ, ਉਹ ਵੈਸੇ ਉਹਨਾਂ ਨੂੰ ਅਸੀਂ ਚੈਲੰਜ ਵਰਡ ਯੂਜ਼ ਕਰਦੇ ਹਾਂ, ਮੈਂਟਲੀ ਚੈਲੰਜ ਸਟੂਡੈਂਟਸ ਹੈਗੇ ਨੇ, ਉਹਨਾਂ ਨੂੰ ਵੀ ਸੇਮ ਐਟਮੋਸਫੀਅਰ ਦੇ ਵਿੱਚ ਹੀ ਪੜ੍ਹਾਇਆ ਜਾਣਾ ਚਾਹੀਦਾ ਹੈ, ਬਜਾਏ ਇਹਦੇ ਕਿ ਉਹਨਾਂ ਨੂੰ ਅਲੱਗ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਅਸੀਂ ਕਹਿ ਦਿੱਤਾ ਕਿ ਤੁਸੀਂ ਜਿਹੜਾ ਸੀਗਾ ਮੈਂਟਲੀ ਰਿਟਾਰਡਡ ਹੋ, ਨੋ, ਠੀਕ ਹੈ ਜੀ। ਜਦੋਂ ਉਹ ਆਮ ਨਾਰਮਲ ਕਲਾਸ ਦੇ ਵਿੱਚ ਬੈਠਦੇ ਨੇ ਤਾਂ ਉਹਨਾਂ ਦਾ ਕੌਨਫੀਡੈਂਸ ਵੀ ਬਰਾਬਰ ਦੇ ਬੱਚਿਆਂ ਦੇ ਬਰਾਬਰ ਦਾ ਹੀ ਹੁੰਦਾ ਹੈ। ਔਰ ਉਹ ਕਿਉਂਕਿ ਬੱਚੇ ਦਾ ਜਿਹੜਾ ਦਿਮਾਗ ਹੁੰਦਾ ਨਾ ਬਹੁਤ ਸੈਂਸਿਟਿਵ ਹੁੰਦਾ ਹੈ, ਔਰ ਸੈਂਸਿਟਿਵ ਜਿਹੜਾ ਸੀਗਾ ਜੇ ਉਹਨੂੰ ਇਹ ਗੱਲ ਸਮਝ ਆ ਗਈ ਕਿ ਮੇਰੇ ਨਾਲ ਵਿਤਕਰਾ ਹੋ ਰਿਹਾ ਹੈ, ਵਿਤਕਰਾ ਕੀ ਹੋ ਰਿਹਾ ਹੈ ਕਿ ਮੈਨੂੰ ਸਮਝਿਆ ਜਾ ਰਿਹਾ ਹੈ ਕਿ ਮੈਂ ਜਿਹੜਾ ਸੀਗਾ ਬਾਕੀ ਬੱਚਿਆਂ ਦੇ ਬਰਾਬਰ ਨਹੀਂ, ਤਾਂ ਸਾਰੀ ਉਮਰ ਉਹਦੇ ਦਿਮਾਗ ਦੇ 'ਚ ਉਹ ਗੱਲ ਬੈਠ ਜਾਏਗੀ। ਔਰ ਜੇ ਉਹਦੇ ਗੱਲ 'ਚ ਉਹ ਦਿਮਾਗ ਬੈਠ ਗਈ ਤਾਂ ਉਹਦਾ ਕਦੇ ਵੀ ਉਹ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰ ਪਾਏਗਾ। ਸੋ ਦੈਟ ਮੀਨਸ ਕਿ ਅੱਜ ਦੇ ਨੈਸ਼ਨਲ ਕਰਿਕੂਲਮ ਫਰੇਮਵਰਕ ਦੇ ਵਿੱਚ ਕੀ ਕਿਹਾ ਜਾ ਰਿਹਾ ਹੈ ਕਿ ਸਾਰੇ ਤਰ੍ਹਾਂ ਦੇ ਬੱਚੇ ਇੱਕੋ ਤਰ੍ਹਾਂ ਦੇ ਐਟਮੋਸਫੀਅਰ ਦੇ ਵਿੱਚ ਪੜ੍ਹੇ ਜਾਣੇ ਚਾਹੀਦੇ ਨੇ। ਮੇਨ ਸਟ੍ਰੀਮ ਜਿਹੜੇ ਸੀਗੇ ਸਾਡੇ ਸਕੂਲ ਹੋਣੇ ਚਾਹੀਦੇ ਨੇ। ਦੈਟ ਮੀਨਸ ਬਲਾਈਂਡ ਵਾਸਤੇ ਵੀ ਕੋਈ ਅਲੱਗ ਨਹੀਂ, ਬॉयਜ਼ ਵਾਸਤੇ ਵੀ ਕੋਈ ਅਲੱਗ ਨਹੀਂ, ਠੀਕ ਹੈ ਜੀ। ਸਾਰੇ ਜਿਹੜੇ ਸੀਗੇ ਸਕੂਲ ਇੱਕੋ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਔਰ ਸਾਰੇ ਬੱਚੇ ਜਿਹੜੇ ਸੀਗੇ ਉਹਦੇ ਵਿੱਚ ਹੀ ਪੜ੍ਹਨੇ ਚਾਹੀਦੇ ਨੇ। ਸੋ ਦੈਟ ਇਜ਼ ਇਨਕਲੂਸਿਵ ਐਜੂਕੇਸ਼ਨ ਸਿਸਟਮ ਜਿਹੜਾ ਕਿ ਸਾਡਾ ਨੈਸ਼ਨਲ ਕਰਿਕੂਲਮ ਫਰੇਮਵਰਕ ਬੇਸਿਕਲੀ ਇਹ ਬਹੁਤ ਬਾਅਦ ਵਿੱਚ ਜਾ ਕੇ 80s ਦੇ ਵਿੱਚ ਇਹ ਕਨਸੈਪਟ ਜਿਹੜਾ ਸੀਗਾ ਇੱਕ ਸਾਈਕੋਲੋਜਿਸਟ ਹੋਏ ਨੇ ਉਹਨਾਂ ਨੇ ਜਾ ਕੇ ਇਹ ਦਿੱਤਾ ਔਰ ਇਹ ਸਾਰੀ ਦੁਨੀਆ ਦੇ ਵਿੱਚ ਇਹ ਚੀਜ਼ ਹੁਣ ਇੰਪਲੀਮੈਂਟ ਹੋ ਰਹੀ ਹੈ ਕਿ ਰਿਗਾਰਡਲੈਸ ਆਫ देयर ਡਿਫਰੈਂਸਿਸ ਐਂਡ ਡਿਸੇਬਿਲਿਟੀਜ਼ ਸਾਰਿਆਂ ਨੂੰ ਇੱਕੋ ਕਲਾਸ ਦੇ ਵਿੱਚ ਪੜ੍ਹਾਓ, ਠੀਕ ਹੈ ਜੀ। ਹੁਣ ਇੱਥੇ ਟੀਚਰ ਦਾ ਰੋਲ ਵੀ ਵੱਧ ਗਿਆ ਔਰ ਟੀਚਰ ਦਾ ਕੰਮ ਵੀ ਵੱਧ ਗਿਆ, ਠੀਕ ਹੈ ਜੀ। ਸੋ ਉਹ ਵੀ ਆਪਾਂ ਦੇਖਦੇ ਹਾਂ ਕਿ ਕਿਵੇਂ ਕੰਮ ਵੱਧ ਜਾਂਦਾ। ਸੋ ਨਾ ਇਹਦਾ ਪਰਪਸ ਕਿ ਐਨਹਾਂਸਿੰਗ ਲਰਨਿੰਗ ਅਪੋਰਚੁਨਿਟੀ ਫॉर एवरीवन, ਠੀਕ ਹੈ ਜੀ। ਫੋਕਸ ਔਨ ਇੰਪਰੂਵਿੰਗ ਦ ਕੁਆਲਿਟੀ ਆਫ ਮੇਨ ਸਟ੍ਰੀਮ ਐਜੂਕੇਸ਼ਨ ਬਾਈ ਰਿਡਿਊਸਿੰਗ ਵੇਰੀਏਬਿਲਿਟੀ ਆਫ ਦ ਪ੍ਰੈਕਟਿਸਿਸ ਆਲਸੋ। ਬੇਸਿਕਲੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਇੱਕ ਜਿਹੜੀ ਹੋਰ ਆ ਜਾਂਦੀ ਕਿ ਸਾਰੀ ਜਾਤ ਪਾਤ ਦੇ ਬੱਚੇ ਉਹ ਵੀ ਇਕੱਠੇ, ਠੀਕ ਹੈ ਜੀ। ਸਾਰੀ ਕਾਸਟ ਸਾਰੀ ਸਟੇਟਾਂ ਦੇ ਬੱਚੇ ਉਹ ਵੀ ਇਕੱਠੇ। ਇਹ ਤਾਂ ਨਹੀਂ ਕਿ ਜਿਹੜੇ
यूपी के बच्चे ने उन्होंने अलग कर दिता, बिहार ਨੂੰ ਅਲੱਗ ਕਰਤਾ, पंजाब ਨੂੰ ਅਲੱਗ कर दिता ना, इस तरह भी नहीं करना असी, ठीक है जी। या ਜਿਹੜੇ ਬਹੁਤੇ ਇੰਟੈਲੀਜੈਂਟ ਬੱਚੇ ਉਹਨਾਂ ਦਾ ਇੱਕ ਗਰੁੱਪ ਬਣਾ ਦਿਓ ਤੇ ਦੂਜਿਆਂ ਦਾ ਅਲੱਗ ਗਰੁੱਪ ਬਣਾ ਦਿਓ, ਉਹ ਵੀ ਨਹੀਂ ਕਰਨਾ ਅਸੀਂ। ਉਹ ਇਨਕਲੂਸਿਵ ਐਜੂਕੇਸ਼ਨ, ਸਾਰਿਆਂ ਨੂੰ ਇਕੱਠੇ ਇੱਕੋ ਜਮਾਤ ਦੇ ਵਿੱਚ ਬਿਠਾਉਣਾ ਹੈ ਔਰ ਉਹਨਾਂ ਦੀ ਇਕੱਠਿਆਂ ਪੜ੍ਹਾਈ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜੀ ਵੇਰੀਏਬਿਲਿਟੀ ਹੈਗੀ ਹੈ, ਜਿਹੜੇ ਫਰਕ ਹੈਗੇ ਨੇ ਪੜ੍ਹਾਈ ਦੇ ਵਿੱਚ, ਉਹ ਵੀ ਰਿਮੂਵ ਖਤਮ ਹੋਣ ਉਹ, ਔਰ ਬੱਚਿਆਂ ਦੇ ਵਿੱਚ ਬਰਾਬਰ ਦਾ ਕੌਨਫੀਡੈਂਸ ਪੈਦਾ ਹੋਵੇ। ਪਰ ਇਹਦੇ ਵਿੱਚ ਕੁਝ ਸ਼ਰਤਾਂ ਜ਼ਰੂਰੀ ਆ ਜਾਂਦੀਆਂ ਨੇ ਕਿ ਟੀਚਰ ਦੀ ਰਿਸਪੌਂਸਿਬਿਲਿਟੀ, ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀਗਾ, ਉਹ ਵੱਧ ਜਾਂਦੀ ਹੈ, ਠੀਕ ਹੈ ਜੀ। ਇਨਕਲੂਸਿਵ ਪੈਡਾਗੋਜੀ ਆਫਰਸ ਏ ਪਾਰਸ਼ਲ ਰਿਸਪੌਂਸ ਟੂ 3 ਇੰਟਰਰੇਟਡ ਪ੍ਰੋਬਲਮਸ ਆਫ ਦਾ ਐਜੂਕੇਸ਼ਨ ਇਨਇਕੁਐਲਿਟੀ, ਠੀਕ ਹੈ ਜੀ। ਹੁਣ ਇਹ ਗੱਲ ਸਮਝ ਤਾਂ ਹਰ ਇੱਕ ਨੂੰ ਆਉਂਦੀ ਹੈ ਕਿ ਜੀ ਐਜੂਕੇਸ਼ਨ ਜਿਹੜੀ ਸੀ ਇਨਕਲੂਸਿਵ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਪਰ ਇਹ ਕਿਸ ਤਰੀਕੇ ਨਾਲ ਇਨਕਲੂਸਿਵ ਹੋਣੀ ਚਾਹੀਦੀ ਹੈ, ਇਹਦੇ ਉੱਤੇ ਕਾਫੀ ਸਾਰੇ ਜਿਹੜੇ ਸੀਗੇ ਆਪਸ ਸਾਈਕੋਲੋਜਿਸਟ ਦਾ ਫਰਕ ਵੀ ਆ ਜਾਂਦਾ ਹੈ। ਪਰ ਵਨਸ ਅਗੇਨ ਅਸੀਂ ਕੀ ਕਰਦੇ ਹਾਂ ਕਿ ਟੀਚਰਸ ਦੇ ਉੱਤੇ ਇਹ ਚੀਜ਼ ਛੱਡ ਦਿੰਦੇ ਹਾਂ ਕਿ ਬੱਚਿਆਂ ਦੇ ਵਿੱਚ ਵਿਤਕਰਾ ਨਹੀਂ ਹੋਣਾ ਚਾਹੀਦਾ। ਇਹ ਤਾਂ ਥਿਓਰੇਟੀਕਲ ਐਸਪੈਕਟਸ ਹੈਗੇ ਨੇ, ਇਹਨਾਂ ਨੂੰ ਤੁਸੀਂ ਛੱਡ ਸਕਦੇ ਹੋ, ਠੀਕ ਹੈ ਜੀ। ਸੋ what does it mean? Process of increasing participation and decreasing exclusion from the culture community and its curriculum of the mainstream schools, that is inclusive education. के increasing participation and decreasing exclusion from the culture community, that is inclusive education हो गया थोड़ा हो, ठीक है जी। सो जिवें तुहानूं दस रहा सीगा कि डिबेट्स बहुत हो रही ने कि यह मनते सारे ने कि होना चाहिए, पर इनू किस तरीके ਨਾਲ इंप्लीमेंट किया जाए, इस चीज़ के उत्ते हाले भी किते ना किते बहस होती रहती है, ठीक है जी। सो ये किवें कीती जाती है, प्रैक्टिस की जाती है, इंक्लूडिंग चिल्ड्रन विद डिसेबिलिटीज इन द मेन स्ट्रीम स्कूल्स बाय रीलोकेटिंग स्पैशलिस्ट प्रोविजनस फ्रॉम स्पैशल टू द मेन स्ट्रीम स्कूल्स। नाउ पहला की सीगा ਜਿਹੜੇ ਬੱਚੇ ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ ਜਾਂ ਕੋਈ ਡਿਸੇਬਿਲਿਟੀ ਹੈਗੀ ਹੈ, ਤਾਂ ਉਹਨਾਂ ਵਾਸਤੇ ਅਲੱਗ ਸਕੂਲ ਹੋਇਆ ਕਰਦੇ ਸੀ। ਹੁਣ ਕੀ ਕਹਿੰਦੇ ਨੇ ਕਿ ਨਹੀਂ, ਸੇਮ ਸਕੂਲ 'ਚ ਰੱਖੋ, ਔਰ ਉਹ ਜਿਹੜੀਆਂ ਫੈਸਿਲਿਟੀਆਂ ਤੁਸੀਂ ਉੱਥੇ ਦੇ ਰਹੇ ਸੀਗੇ, ਇਹਨਾਂ ਸਕੂਲਾਂ ਦੇ ਵਿੱਚ ਵੀ ਉਹ ਫੈਸਿਲਿਟੀਜ਼ ਪ੍ਰੋਵਾਈਡ ਕਰੋ, ਤਾਂ ਕਿ ਬੱਚਿਆਂ ਦੇ ਜਿਹੜੀ ਕੋਈ ਡਿਸੇਬਿਲਿਟੀ ਹੈਗੀ ਹੈ, ਅਸੀਂ ਉਸ ਚੀਜ਼ ਦੇ ਉੱਤੇ ਫੋਕਸ ਕਰਕੇ ਉਹਨੂੰ ਠੀਕ ਕਰਨਾ ਹੈ। ਬੱਚੇ ਦੇ ਉੱਤੇ ਵਿੱਚ ਕੋਈ ਇਹ ਵਿਚਾਰ ਨਹੀਂ ਪੈਦਾ ਕਰਨਾ ਕਿ ਤੂੰ ਅਲੱਗ ਹੈ, ਤੂੰ ਵਿਲੱਖਣ ਹੈ, ਤੇਰੇ 'ਚ ਇਹ ਕਮੀ ਹੈ ਨਾ, ਠੀਕ ਹੈ ਜੀ। ਬੱਚੇ ਦੀ ਉਹਦੀ ਜੇ ਸੀਗੀ, ਉਹਦੀ ਜਿਹੜੀ ਕੋਈ ਵਿਲੱਖਣਤਾ ਹੈਗੀ ਹੈ ਜਾਂ ਉਹਦੇ ਵਿੱਚ ਕੋਈ ਕਮੀ ਹੈਗੀ ਹੈ, ਉਸ ਚੀਜ਼ ਨੂੰ ਦੂਰ ਕਰਨ ਦੇ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਦੈਟ ਇਜ਼ ਦ ਇਨਕਲੂਸਿਵ ਪ੍ਰੈਕਟਿਸ। ਡਾਇਵਰਸਿਟੀ ਅਮੰਗ ਲਰਨਰਸ ਵਿਦਆਊਟ ਰਿਗਾਰਡ ਟੂ ਦ ਕੈਟੇਗੋਰੀਕਲ ਡਿਫਰੈਂਸਿਸ, ਠੀਕ ਹੈ ਜੀ। ਇਹਦੇ ਨਾਲ ਕੀ ਹੁੰਦਾ, ਡਾਇਵਰਸਿਟੀ ਵੀ ਆਉਂਦੀ ਹੈ, ਬੱਚਿਆਂ ਨੂੰ ਦੁਨੀਆ ਦਾ ਵੀ ਪਤਾ ਲੱਗਦਾ ਹੈ, ਬੱਚਿਆਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਹੋਰਾਂ ਦੇ ਨਾਲ ਕਿਵੇਂ ਡੀਲ ਕਰਨਾ ਹੈ, ਔਰ ਡਾਇਵਰਜੈਂਸ ਆਫ ਦਾ ਸੋਸਾਇਟੀ ਜਿਹੜੀ ਸੀਗੀ, ਬੱਚਿਆਂ ਨੂੰ ਇਸ ਚੀਜ਼ ਦੀ ਸਮਝ ਆਉਂਦੀ ਹੈ। ਨਹੀਂ ਤਾਂ ਆਮ ਤੌਰ 'ਤੇ ਜਿਵੇਂ ਕੋਈ ਕਿਸੇ ਦੀ ਲੱਤ ਖਰਾਬ ਹੋਏ ਉਹਨੂੰ ਲੰਗੜਾ ਕਹਿਣਾ ਸ਼ੁਰੂ ਕਰ ਦਿੰਦੇ ਨੇ, ਕਿਸੇ ਦੀ ਅੱਖ ਖਰਾਬ ਹੋਏ ਉਹਨੂੰ ਅੰਨਾ ਕਹਿਣਾ ਸ਼ੁਰੂ ਕਰ ਦਿੰਦੇ ਨੇ ਨਾ। ਬੇਸਿਕਲੀ ਕਿਉਂ? ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਬੱਚਿਆਂ ਨੂੰ ਇੱਕ ਕਿਹਾ ਜਾਂਦਾ ਸੀਗਾ, ਠੀਕ ਹੈ ਜੀ। ਹੁਣ ਜਦੋਂ ਇਕੱਠੇ ਬੱਚੇ ਪੜ੍ਹਦੇ ਨੇ ਤਾਂ ਉਸ ਵੇਲੇ ਟੀਚਰ ਦੀ ਇੱਕ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਉਹ ਬਾਕੀ ਬੱਚਿਆਂ ਨੂੰ ਇਹ ਸਮਝਾਵੇ ਕਿ ਇਹ ਵੀ ਬੱਚੇ ਜਿਹੜੇ ਹੈਗੇ ਨੇ ਤੁਹਾਡੇ ਨਾਲ ਦੇ ਨੇ, ਬਰਾਬਰ ਦੇ ਨੇ, ਇਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਡੀਲ ਨਹੀਂ ਕਰਨਾ, ਇਹਨਾਂ ਨੂੰ ਵੀ ਅਸੀਂ ਬਰਾਬਰ ਹੀ ਡੀਲ ਕਰਨਾ ਹੈ। ਇਹਨਾਂ 'ਚ ਕੋਈ ਪ੍ਰੋਬਲਮ ਹੋ ਸਕਦੀ ਹੈ, ਠੀਕ ਹੈ ਜੀ, ਉਹ ਪ੍ਰੋਬਲਮ ਕੱਲ੍ਹ ਨੂੰ ਕਿਸੇ ਵਿੱਚ ਵੀ ਹੋ ਸਕਦੀ ਹੈ ਨਾ। ਸੈਕੰਡਲੀ ਇਹ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੈ। ਸੋ ਇਸ ਕਰਕੇ ਜਿਹੜਾ ਸੀਗਾ ਸਾਨੂੰ ਇਹਨਾਂ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ, ਇਹਨਾਂ ਨੂੰ ਜਿਹੜਾ ਸੀਗਾ ਅਸੀਂ ਕੋਈ ਅਲੱਗ ਤਰੀਕੇ ਨਾਲ ਟਰੀਟ ਨਹੀਂ ਕਰਨਾ। ਇਹ ਸਾਡੇ ਨਾਲ ਦੇ ਨੇ, ਬਰਾਬਰ ਦੇ ਨੇ, ਔਰ ਜਿਹੜੇ ਛੋਟੇ ਬੱਚੇ ਨੇ ਉਹ ਕਦੇ ਨਾ ਡਿਸਕ੍ਰਿਮੀਨੇਟ ਨਹੀਂ ਕਰਦੇ। ਇਹ ਸਿਰਫ ਜਦੋਂ ਵੱਡੇ ਹੋ ਜਾਂਦੇ ਹਾਂ ਅਸੀਂ, ਤਾਂ ਉਸ ਵੇਲੇ ਸਾਡੇ ਦਿਮਾਗ 'ਚ ਜਿਹੜੇ ਸੀਗੀਆਂ ਇਹ ਡਿਸਕ੍ਰਿਮੀਨੇਸ਼ਨ ਆਉਂਦੀਆਂ ਨੇ। ਪਰ ਜਦੋਂ ਇਕੱਠੇ ਵਧਣੇ ਸ਼ੁਰੂ ਹੋ ਜਾਂਦੇ ਆ, ਇਕੱਠੇ ਪੜ੍ਹਨੇ ਸ਼ੁਰੂ ਹੋ ਜਾਂਦੇ ਆ, ਤਾਂ ਬੱਚੇ ਇੱਕ ਦੂਜੇ ਨੂੰ ਸਮਝਣ ਲੱਗ ਜਾਂਦੇ ਨੇ। ਔਰ ਜਦੋਂ ਬੱਚਿਆਂ ਦਾ ਜੇ ਕਿਸੇ ਦੀ ਲੱਤ ਕੋਈ ਖਰਾਬ ਹੈਗੀ ਆ, ਦੂਜਾ ਬੱਚਾ ਉਹਦਾ ਫਰੈਂਡ ਬਣ ਗਿਆ, ਬੱਚਿਆਂ ਨੂੰ ਇਹ ਸਮਝ ਨਹੀਂ ਆਉਂਦੀ ਉਸ ਵੇਲੇ ਕਿ ਇਹ ਜਿਹੜੀ ਸੀ ਦੀ ਇਹ ਕੋਈ ਪ੍ਰੋਬਲਮ ਹੈਗੀ ਆ, ਉਹਦੀ ਪ੍ਰੋਬਲਮ ਨੂੰ ਸਮਝਦਾ ਉਸ ਵੇਲੇ ਉਹ। ਔਰ ਜਦੋਂ ਮੈਂਟਲ ਲੈਵਲ ਬਰਾਬਰ ਹੋ ਜਾਏ ਤਾਂ ਫਿਰ ਉਹਨੂੰ ਲੱਗੂਗਾ ਕਿ ਦਿਸ ਇਜ਼ ਵਨ ਆਫ ਦ ਇਸ਼ੂਜ਼ ਹੀ ਹੈਜ਼, ਠੀਕ ਹੈ ਜੀ। ਤੇ ਹੋ ਸਕਦਾ ਉਹ ਬੱਚਾ ਜਿਹੜਾ ਕਿਤੇ ਫਿਜ਼ੀਕਲੀ ਡਿਸੇਬਲਡ ਹੈਗਾ, ਉਹ ਮੈਂਟਲੀ ਲੈਵਲ ਤੇ ਕਿਤੇ ਬੈਟਰ ਵੀ ਹੋ ਸਕਦਾ ਉਹਦੇ ਨਾਲੋਂ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਅਸੀਂ ਕਹਿੰਦੇ ਕਿ ਜਿਹੜੀ ਐਜੂਕੇਸ਼ਨ ਆ ਉਹ ਇਨਕਲੂਸਿਵ ਹੋਣੀ ਚਾਹੀਦੀ ਆ, ਠੀਕ ਹੈ ਜੀ। ਸੋ ਇਟ ਇਜ਼ ਟੂ ਰਿਪਲੇਸ ਟ੍ਰੈਡੀਸ਼ਨਲ ਅਪਰੋਚ ਟੂ ਦ ਟੀਚਿੰਗ ਚਿਲਡਰਨ ਆਈਡੈਂਟੀਫਾਈਡ ਹੈਵਿੰਗ ਸਪੈਸ਼ਲ ਐਜੂਕੇਸ਼ਨ। ਦੈਟ ਮੀਨਸ ਕਿ ਇਹਦਾ ਪਰਪਸ ਕੀ ਹੈ, ਜਿਹੜਾ ਟ੍ਰੈਡੀਸ਼ਨਲ ਮੈਥਡ ਚੱਲਿਆ ਆਉਂਦਾ ਸੀਗਾ ਕਿ ਉਹਨਾਂ ਵਾਸਤੇ ਅਲੱਗ ਸਕੂਲ, ਅਲੱਗ ਤਰ੍ਹਾਂ ਦੇ ਟੀਚਰ, ਅਲੱਗ ਤਰ੍ਹਾਂ ਦੀਆਂ ਚੀਜ਼ਾਂ,
ਉਹ ਸਾਰੀਆਂ ਰਿਪਲੇਸ ਕਰਕੇ ਜਿਹੜਾ ਸੀਗਾ ਹੁਣ ਇਹ ਇੱਕ ਇਨਕਲੂਸਿਵ ਐਜੂਕੇਸ਼ਨ ਦੇ ਉੱਤੇ ਜਿਹੜਾ ਸੀਗਾ ਉਹਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ। ਠੀਕ ਹੈ ਜੀ। ਡਿਫਰੈਂਸਿਸ ਆਰ ਐਨ ਆਰਡੀਨਰੀ ਆਸਪੈਕਟ ਆਫ ਦਾ ਹਿਊਮਨ ਕੰਡੀਸ਼ਨ। ਇਹ ਜਿਹੜੇ ਫਰਕ ਹੈਗੇ ਨੇ ਇਹ ਦੁਨੀਆ ਦੇ ਵਿੱਚ ਬਣੇ ਹੋਏ ਨੇ ਔਰ ਇਹਨਾਂ ਨੂੰ ਅਸੀਂ ਐਕਸੈਪਟ ਕਰਨਾ ਜਿਹੜਾ ਸੀਗਾ ਉਹ ਸਿੱਖਣਾ। ਸੋ ਦੈਟ ਇਜ਼ ਦਾ ਰੈਲੇਵੈਂਸ ਆਫ ਇਨਕਲੂਸਿਵ ਐਜੂਕੇਸ਼ਨ। ਬੇਸਿਕਲੀ ਇੱਕ ਚਾਰਟ ਜਿਹਾ ਹੈਗਾ ਕਿ ਜੇ ਬੱਚੇ ਨੂੰ ਡਿਸਲੈਕਸੀਆ ਹੈਗਾ, ਠੀਕ ਹੈ ਜੀ, ਸੋ ਕੀ ਅਸੀਂ ਉਸ ਵਾਸਤੇ ਕਹਾਂਗੇ ਕਿ ਦ ਸਟੂਡੈਂਟ ਇਜ਼ ਇਨਕਲੂਡਿੰਗ ਦ ਸਿਲੈਕਟਡ ਕਲਾਸਰੂਮ ਐਕਟੀਵਿਟੀਜ਼ ਦੈਟ ਡੂ ਨਾਟ ਰਿਕੁਆਇਰ ਲਿਟਰੇਸੀ ਸਕਿੱਲਸ, ਕਿ ਉਹਨੂੰ ਜਿੱਥੇ ਲਿਟਰੇਸੀ ਸਕਿੱਲ ਹੈਗਾ ਉਹਦੇ 'ਚ ਨਹੀਂ ਪਾਵਾਂਗੇ। ਠੀਕ ਹੈ ਜੀ। ਜਾਂ ਉਸ ਵਾਸਤੇ ਕੋਈ ਐਡੀਸ਼ਨਲ ਸਪੋਰਟ ਪ੍ਰੋਵਾਈਡ ਕਰ ਦਿਆਂਗੇ। ਠੀਕ ਹੈ ਜੀ। ਦੇਖਿਆ ਜਾਵੇ ਤਾਂ ਇਹ ਟ੍ਰੈਡੀਸ਼ਨਲ ਅਪਰੋਚਿਸ ਨੇ, ਇਹ ਟ੍ਰੈਡੀਸ਼ਨਲ ਅਪਰੋਚਿਸ ਨੇ। ਪੈਡਾਗੋਜੀਕਲ ਅਪਰੋਚ, ਨਵੀਂ ਅਪਰੋਚ ਕੀ ਕਹਿੰਦੀ ਆ ਹੁਣ ਇਹ? ਨੋ, ਟੀਚਰ ਸ਼ੁੱਡ ਟੇਕ ਇਨਟੂ ਕੰਸੀਡਰੇਸ਼ਨ ਅਬਿਲਿਟੀਜ਼ ਆਫ ਈਚ ਐਂਡ ਐਵਰੀ ਚਾਈਲਡ। ਠੀਕ ਹੈ ਜੀ। ਸਾਰਿਆਂ ਨੂੰ ਨਾਲ ਲੈ ਕੇ ਚੱਲੇਗਾ ਉਹ, ਔਰ ਹਰ ਇੱਕ ਬੱਚੇ ਦੀ ਜਿਹੜੀ ਸੀਗੀ, ਇਸੇ ਕਰਕੇ ਕਹਿੰਦੇ ਕਿ ਕਲਾਸਰੂਮ ਛੋਟੇ ਹੋਣੇ ਚਾਹੀਦੇ ਨੇ, 25-30 ਬੱਚਿਆਂ ਦਾ ਬੈਚ ਹੋਣਾ ਚਾਹੀਦਾ ਤਾਂ ਕਿ ਟੀਚਰ ਜਿਹੜਾ ਸੀਗਾ ਉਹ ਵੱਡੀ ਕਲਾਸ ਨੂੰ ਸਮਝ ਨਹੀਂ ਸਕਦਾ। ਜੇ ਬੱਚੇ ਘੱਟ ਕਲਾਸ ਦੇ ਵਿੱਚ ਘੱਟ ਹੋਣਗੇ ਤਾਂ ਉਹ ਇੰਡੀਵਿਜੂਅਲ ਸਟੂਡੈਂਟ ਦੇ ਉੱਤੇ ਫੋਕਸ ਕਰ ਸਕੇਗਾ। The class A takes account of the individual need of all the students and plans a lesson with differentiated options। ਠੀਕ ਹੈ ਜੀ। ਸੋ ਉਹ ਡਿਫਰੈਂਟ ਲੈਵਲ ਦੇ ਕੁਐਸਚਨ ਜਿਹੜਾ ਸੀਗਾ ਉਹ ਕ੍ਰੀਏਟ ਕਰ ਸਕਦਾ ਤਾਂ ਕਿ ਜਿਹੜਾ ਬੱਚਾ ਕੋਈ ਡਿਸਲੈਕਸੀਆ ਦਾ ਹੈਗਾ ਉਹ ਵੀ ਉਸ ਚੀਜ਼ ਨੂੰ ਅਟੈਂਪਟ ਕਰ ਸਕੇ, ਉਹਨੂੰ ਇਹ ਨਾ ਲੱਗੇ ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ। ਠੀਕ ਹੈ ਜੀ। ਸੋ ਹੀ ਹੈਜ਼ ਟੂ ਫੀਲ ਪਾਰਟ ਆਫ ਦਾ ਗਰੁੱਪ। ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਦੈਟ ਇਜ਼ ਦਾ ਨੈਕਸਟ ਲੈਵਲ ਅਪਰੋਚ ਜਿਹੜੀ ਕਿ ਟੀਚਰਸ ਨੂੰ ਅਡਾਪਟ ਕਰਨੀ ਚਾਹੀਦੀ ਹੈ। ਸੋ this is be confident that the inclusion enhance when you create affirmative। ਸਾਨੂੰ ਕਿਹੜੀ ਚੀਜ਼ਾਂ ਕਿ ਇਹ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਇਹ ਚੀਜ਼ ਹੋਵੇ ਤਾਂ that means ਇਹ ਇਨਕਲੂਸਿਵ ਐਜੂਕੇਸ਼ਨ ਹੈ। be confident that inclusion enhance when you create affirmative responsive learning environment। ਜਦੋਂ ਤੁਸੀਂ ਸਾਰਿਆਂ ਵਾਸਤੇ ਇੱਕ ਚੰਗਾ এনवायरमेंट ਕ੍ਰੀਏਟ ਕਰ ਦਿੰਦੇ ਹੋ ਅਫਰਮੇਟਿਵ। ਠੀਕ ਹੈ ਜੀ। ਜੇ ਬੱਚੇ ਨੂੰ ਕਲਾਸ ਚੋਂ ਕੱਢ ਦਿੱਤਾ ਤਾਂ ਉਹ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਉਹ ਤਾਂ ਨੈਗੇਟਿਵ ਹੈ। ਠੀਕ ਹੈ ਜੀ। ਜੇ ਉਹਨੂੰ ਇਨਕਲੂਡ ਕਰ ਲਿਆ ਤਾਂ ਉਹ ਅਫਰਮੇਟਿਵ ਹੈ। ਉਹ ਰਿਸਪੌਂਸਿਵ ਲਰਨਿੰਗ, ਉਹਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ। ਠੀਕ ਹੈ। ਰਿਸਪੌਂਸਿਵ ਲਰਨਿੰਗ এনवायरमेंट ਕ੍ਰੀਏਟ ਕਰ ਦਿੱਤਾ। ਸੋ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਆ ਜਾਏ ਉਹਨੂੰ ਆਪਾਂ ਨੇ ਟਿਕ ਕਰ ਦੇਣਾ, ਹਾਂ ਕਰ ਦੇਣਾ। ਐਨਸ਼ੋਰ ਦੈਟ ਆਲ ਸਟੂਡੈਂਟਸ ਐਕਸਪੀਰੀਅੰਸ ਇਕੁਅਲ ਓਪਰਚੁਨਿਟੀਜ਼। ਸਾਰੇ ਬੱਚਿਆਂ ਨੂੰ ਲੱਗਣਾ ਚਾਹੀਦਾ ਕਿ ਮੇਰੇ ਵਾਸਤੇ ਵੀ ਕੋਈ ਸਵਾਲ ਹੈ। ਸਾਰੇ ਹਾਈ ਲੈਵਲ ਦੇ ਕੁਐਸਚਨ ਨਹੀਂ ਪਾ ਦੇਣੇ ਆਪਾਂ ਨੇ, ਉਹ ਉਹਨਾਂ ਵਾਸਤੇ ਵੀ ਕੁਐਸਚਨ ਪਾਣੇ ਨੇ ਤਾਂ ਕਿ ਉਹਨਾਂ ਨੂੰ ਲੱਗੇ ਕਿ ਮੈਂ ਵੀ ਇਹਦੇ 'ਚ ਪਾਰਟਿਸਿਪੇਟ ਕਰ ਰਿਹਾ। Affirm student identities, build self-esteem and teacher to a student strength। ਠੀਕ ਹੈ ਜੀ। ਇਸ ਤਰੀਕੇ ਨਾਲ ਜਿਹੜੇ ਸੀ ਸਟੂਡੈਂਟ ਦੀ ਆਈਡੈਂਟੀਟੀਜ਼ ਔਰ ਉਹਨਾਂ ਦਾ ਸੈਲਫ ਕੌਨਫੀਡੈਂਸ ਜਿਹੜਾ ਸੀਗਾ ਉਹ ਵੀ ਵੱਧਦਾ ਹੈ ਔਰ ਟੀਚਰ ਔਰ ਸਟੂਡੈਂਟ ਦੀ ਜਿਹੜੀ ਸੀਗੀ ਆਪਸ ਦੇ ਵਿੱਚ ਬੌਂਡਿੰਗ ਜਿਹੜੀ ਹੈਗੀ ਹੈ ਉਹ ਵੀ ਬੈਟਰ ਹੋ ਜਾਂਦੀ ਹੈ। ਸੋ ਇਸ ਤਰੀਕੇ ਨਾਲ ਇਹ ਕੁਝ ਇੱਕ ਆਪਸ਼ਨਸ ਹੈਗੀਆਂ ਨੇ, ਇਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਤਾਂ ਕਿ ਇਹ ਤੁਹਾਨੂੰ ਸਮਝ ਆ ਜਾਏ ਔਰ ਇਹਨਾਂ ਨੂੰ ਤੁਸੀਂ ਜਿਹੜਾ ਸੀਗਾ ਫਿਰ ਕੁਐਸਚਨ ਇਸ ਦੇ ਬੇਸ ਦੇ ਉੱਤੇ ਆ ਜਾਏ ਤਾਂ ਉਹਨਾਂ ਨੂੰ ਉਸ ਤੁਸੀਂ ਅਡਾਪਟ ਕਰ ਲੈਣਾ ਹੋ। ਠੀਕ ਹੈ ਜੀ। ਸੋ ਜੇ ਮੈਂ ਤੁਹਾਨੂੰ ਪਹਿਲਾਂ ਗੱਲ ਕਰ ਰਿਹਾ ਸੀਗਾ ਅਲੱਗ-ਅਲੱਗ ਬੱਚਿਆਂ ਵਾਸਤੇ ਅਲੱਗ-ਅਲੱਗ ਸਕੂਲ, ਜਿੱਥੇ ਵੀ ਆ ਜਾਏ ਗਲਤ। ਮੁੰਡੇ ਕੁੜੀਆਂ ਵਾਸਤੇ ਅਲੱਗ ਸਕੂਲ, ਠੀਕ ਹੈ ਜੀ, ਬਲਾਈਂਡ ਵਾਸਤੇ ਅਲੱਗ ਸਕੂਲ। ਠੀਕ ਹੈ ਜੀ। ਇਹ ਸਾਰੇ ਕੋਈ ਚੀਜ਼ ਹੋਵੇ ਤਾਂ ਇਹ ਨਹੀਂ ਹੋਏਗੀ। ਇਕੱਠੇ ਸਕੂਲ ਇੱਕ ਛੱਤ ਨੀਚੇ ਜਿਹਨੂੰ ਅਸੀਂ ਸਮਾਵੇਸ਼ੀ ਜਿਹੜੀ ਸੀ ਜਾਂ ਸ਼ਮੂਲੀਅਤ ਕਹਿ ਦਿੰਦੇ ਹਾਂ। ਠੀਕ ਹੈ ਜੀ। ਉਹ ਐਜੂਕੇਸ਼ਨ ਹੋਵੇ, ਠੀਕ ਹੈ, ਉਹਨੂੰ ਵਧਾਵਾ ਦਿੱਤਾ ਜਾਵੇ। ਦੈਟ ਇਜ਼ ਨੋਨ ਐਜ਼ ਇਨਕਲੂਸਿਵ ਐਜੂਕੇਸ਼ਨ। ਮੇਨ ਸਟਰੀਮ ਸਕੂਲ ਦੇ ਵਿੱਚ ਉਹਨਾਂ ਨੂੰ ਜਿਹੜਾ ਸੀ ਵਧਾਵਾ ਦੇਣਾ ਚਾਹੀਦਾ ਹੋ। ਠੀਕ ਹੈ ਜੀ। ਸੋ ਕੁਝ ਕੁਐਸਚਨ ਜਿਹੜੇ ਸੀਗੇ ਆਪਾਂ ਹੁਣ ਕਰ ਲੈਂਦੇ ਹਾਂ। ਸਕਸੈਸ ਆਫ ਇਨਕਲੂਸਿਵ ਐਜੂਕੇਸ਼ਨ ਡਿਪੈਂਡਸ ਅਪੋਨ ਕਮਿਊਨਿਟੀ ਸਪੋਰਟ, ਐਟੀਟਿਊਡ ਚੇਂਜ ਅਮੰਗ ਚਿਲਡਰਨ, ਹਾਈ ਕੁਆਲਿਟੀ ਟੀਚਿੰਗ ਲਰਨਿੰਗ, ਹਾਈ ਕੁਆਲਿਟੀ ਟੈਕਸਟ ਬੁੱਕਸ। ਸਕਸੈਸ ਆਫ ਇਨਕਲੂਸਿਵ ਐਜੂਕੇਸ਼ਨ ਕਿਹਦੇ ਉੱਤੇ ਡਿਪੈਂਡ ਕਰਦੀ ਹੈ? ਸਕੂਲ ਦੀ ਗੱਲ ਕਰ ਰਹੇ ਹਾਂ, ਕਮਿਊਨਿਟੀ ਦਾ ਰੋਲ ਇਹਦੇ 'ਚ ਖਤਮ ਹੋ ਗਿਆ। ਠੀਕ ਹੈ। ਹਾਈ ਕੁਆਲਿਟੀ ਟੈਕਸਟ ਬੁੱਕ, ਠੀਕ ਹੈ ਜੀ। ਨਾਓ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਬੱਚੇ ਐਸੇ ਵੀ ਹੋ ਸਕਦੇ ਜਿਹੜੇ ਲਰਨਿੰਗ ਐਬਿਲਿਟੀ ਘੱਟ ਹੋਵੇ ਤਾਂ ਟੈਕਸਟ ਬੁੱਕ ਦਾ ਰੋਲ ਉਹਦੇ 'ਚ ਘੱਟ ਜਾਂਦਾ ਹੈ। ਠੀਕ ਹੈ ਜੀ। ਰੋਲ ਕਿਹਦਾ ਰਹਿ ਜਾਏਗਾ? ਉਹ ਟੀਚਿੰਗ ਦਾ ਰੋਲ ਰਹਿ ਜਾਏਗਾ। ਦੈਟ ਮੀਨਸ ਜਾਂ ਤਾਂ ਜੋਬ ਸਾਡਾ ਇਹ ਹੋਣਾ ਚਾਹੀਦਾ ਜਾਂ ਇਹ ਹੋਣਾ ਚਾਹੀਦਾ। ਹਾਈ ਕੁਆਲਿਟੀ ਟੀਚਿੰਗ ਲਰਨਿੰਗ, ਠੀਕ ਹੈ ਜੀ, ਹਾਈ ਕੁਆਲਿਟੀ ਟੀਚਿੰਗ ਹੋਣੀ ਚਾਹੀਦੀ ਹੈ। ਦੈਟ ਮੀਨਸ ਨੋ। ਠੀਕ ਹੈ ਜੀ। ਐਟੀਟਿਊਡਲ ਚੇਂਜ ਅਮੰਗ ਟੀਚਰਸ। ਜੇ ਟੀਚਰ ਦਾ ਐਟੀਟਿਊਡ ਬਦਲ ਗਿਆ, ਉਹਨੂੰ ਬੱਚਿਆਂ ਦੀ ਨੀਡ ਦਾ ਸਮਝ ਆ ਗਿਆ, ਸੋ ਦੈਟ ਸ਼ੁਡ ਬੀ ਦਾ ਰਾਈਟ ਆਨਸਰ। ਸੋ ਦੈਟ ਇਹ ਇੱਕ ਤਰੀਕੇ ਨਾਲ ਤੁਹਾਨੂੰ ਸਵਾਲਾਂ ਨੂੰ ਅਟੈਂਪਟ ਕਰਨਾ ਚਾਹੀਦਾ। ਏ ਗਿਫਟਡ ਚਾਈਲਡ will tend to surpass the average child in which are the following areas। ਇਹ ਗਿਫਟਡ ਚਾਈਲਡ ਜਿਹੜਾ ਸੀਗਾ
ਉਹ ਬਾਕੀ ਬੱਚਿਆਂ ਨਾਲੋਂ ਹੋਰ ਕੀ ਵਿਲੱਖਣ ਕਰੇਗਾ, ਅਲੱਗ ਕਰੇਗਾ? ਅਕੈਡਮਿਕ ਅਚੀਵਮੈਂਟ, breadth of the interest and general versatility, physical health and well-being, social maturity. ठीक है जी. Now gifted child ਜਿਹੜਾ ਸੀਗਾ surpass the average child, okay, ਉਹ ਕੀ ਵਿਲੱਖਣ ਕਰੇਗਾ? ਠੀਕ ਹੈ. ਸੋ ਸੋਸ਼ਲ ਮੈਚੋਰਿਟੀ ਵਾਲਾ ਆਨਸਰ ਨਹੀਂ ਹੋਏਗਾ, ਫਿਜ਼ੀਕਲ ਹੈਲਥ ਵਾਲਾ ਵੀ ਸਾਡਾ ਆਨਸਰ ਨਹੀਂ ਹੋਏਗਾ, ਉਹਦੀ ਅਕੈਡਮਿਕ ਅਚੀਵਮੈਂਟ ਜਿਹੜੀਆਂ ਸੀਗੀਆਂ ਉਹ ਹਾਇਰ ਹੋਣਗੀਆਂ. ਠੀਕ ਹੈ ਜੀ. ਸੋ ਅਕੈਡਮਿਕ ਅਚੀਵਮੈਂਟ ਦਾ ਮਤਲਬ ਕਿ ਕਿਸੇ ਵੀ ਫੀਲਡ ਵਿੱਚ, ਮੈਂ ਇਹ ਨਹੀਂ ਗੱਲ ਕਰ ਰਿਹਾ ਅਕੈਡਮਿਕ ਦਾ ਮਤਲਬ ਸਿਰਫ ਪੜ੍ਹਾਈ ਦੇ ਵਿੱਚ ਹੋਏਗਾ ਉਹ, ਸੋ ਕੋਈ ਵੀ ਫੀਲਡ ਉਹਦਾ ਹੋਵੇ ਉਹਦੇ ਵਿੱਚ ਉਹਦੀ ਅਚੀਵਮੈਂਟ ਜਿਹੜੀ ਸੀ ਉਹ ਹਾਇਰ ਹੋਏਗੀ. ਉਹ attempts to provide gifted education that allows people to advance to the higher level class covering material more suited to their abilities and preparedness is. ठीक है जी. सो ਉਹਨੂੰ बड़ी सिस्टम कहेंगे या cooperative learning कहेंगे या acceleration कहेंगे या cluster grouping कहेंगे. ठीक है जी. सो ਉਹਨੂੰ ਕੀ ਕਿਹਾ ਜਾਏਗਾ? that will be known as accelerated curriculum ਜਿਹੜਾ ਸੀਗਾ ਉਹਨੂੰ ਪੜ੍ਹਾਇਆ ਜਾਏਗਾ, accelerated curriculum ਦੇ ਨਾਲ ਉਹਨੂੰ ਪੜ੍ਹਾਇਆ ਜਾਏਗਾ. ਇਹ Dash is the capacity to acquire and apply knowledge. Personality ਨਾਲ knowledge ਵੱਧਦੀ ਹੈ? ਨਹੀਂ. Attitude ਨਾਲ knowledge ਵੱਧਦੀ ਹੈ? ਨਹੀਂ. Aptitude ਨਾਲ ਨਹੀਂ. ਕਿਹਦੇ ਨਾਲ ਵੱਧਦੀ ਹੈ ਉਹ? Intelligence ਨਾਲ ਵੱਧਦੀ ਹੈ. ਠੀਕ ਹੈ ਜੀ. ਸੋ ਸਾਡਾ ਜਵਾਬ ਕੀ ਹੋਏਗਾ? Intelligence ਹੋਏਗਾ. Intelligence of a gifted child is, ਠੀਕ ਹੈ ਜੀ, ਤਕਰੀਬਨ 140 ਤੋਂ ਉੱਪਰ ਵਾਲੇ ਜਿਹੜੇ ਉਹਨੂੰ ਅਸੀਂ gifted child ਕਹਿ ਦਿੰਦੇ ਹਾਂ. ਠੀਕ ਹੈ ਜੀ. ਉਹਨਾਂ ਨੂੰ ਅਸੀਂ gifted child ਕਹਿ ਦਿੰਦੇ ਹਾਂ. Which of the following is not an enrichment program for the children? Enrichment of the curriculum, accelerated curriculum, special classes, special residential schools. ਉਹ ਪੁੱਛ ਰਿਹਾ ਕਿ ਇਹਨਾਂ ਦੇ ਵਿੱਚੋਂ ਕਿਹੜਾ enrichment ਵਾਲਾ ਨਹੀਂ ਹੈ? enrichment of the curriculum, ਇਹ ਤਾਂ enrichment ਹੈ. accelerated curriculum, ਇਹ ਵੀ ਜਿਹੜਾ ਸੀਗਾ ਤੁਹਾਡਾ enrichment ਹੈ. special classes, ਇਹ ਵੀ enrichment ਹੈ. special residential school, ਉਹਦੇ ਨਾਲ ਕੋਈ ਜ਼ਰੂਰੀ ਤਾਂ ਨਹੀਂ. ਠੀਕ ਹੈ ਜੀ, ਕਿ ਬੱਚਿਆਂ ਦਾ ਜਿਹੜਾ ਸੀਗਾ enrichment ਹੋ ਜਾਏ. So that means fourth option will be the right answer. What should the role of a teacher in meeting the individual differences? ठीक है जी. So try to know the abilities, interest and aptitude of individuals. Try to adjust the curriculum as per the need of the individuals. Both A and B, none of these. ਮੈਨੂੰ ਲੱਗਦਾ ਕਿ ਤੁਹਾਨੂੰ ਬਹੁਤ ਜਲਦੀ ਜਵਾਬ ਦੇ ਦੇਣਾ ਚਾਹੀਦਾ ਹੈ. ਜਵਾਬ ਇਹਦਾ ਕੀ ਹੋਏਗਾ? Both A and B ਇਹਦਾ ਜਵਾਬ ਹੋਣਾ ਚਾਹੀਦਾ ਹੈ. A few students in a class are exceptionally bright. You will teach them along with the class, along with the higher class, by using enriched program only when they want. ठीक है जी. Now ਆਪਾਂ ਕੀ ਗੱਲ ਕਰ ਰਹੇ ਸੀਗੇ? ਜਿਹੜੇ gifted child ਹੈਗੇ ਨੇ ਉਹਨਾਂ ਨੂੰ ਕਲਾਸ ਦੇ ਵਿੱਚ ਪੜ੍ਹਾਉਣਾ ਹੈ. ਠੀਕ ਹੈ ਜੀ. ਪਰ along ਦਾ ਕਲਾਸ ਨਹੀਂ ਪੜ੍ਹਾਉਣਾ. ਉਹਨਾਂ ਨੂੰ ਅਸੀਂ ਕੀ ਕਰਨਾ ਹੈ? ਅਗਲੀ ਕਲਾਸ 'ਚ ਵੀ ਨਹੀਂ ਭੇਜਣਾ. By using enriched material ਜਿਹੜਾ ਸੀਗਾ ਅਸੀਂ ਉਹਨਾਂ ਨੂੰ ਪੜ੍ਹਾਉਣਾ ਹੈ. So that should be the right answer to this particular question. So ਅੱਜ ਜਿਹੜੀ ਆਪਾਂ ਨੇ ਕੀਤੇ ਨੇ, ਮੈਨੂੰ ਪੂਰੀ ਉਮੀਦ ਹੈ ਕਿ ਜੇ ਤੁਸੀਂ ਇਹਨਾਂ ਟੌਪਿਕ ਨੂੰ ਚੰਗੇ ਤਰੀਕੇ ਨਾਲ ਸਮਝ ਲਿਆ ਤਾਂ ਤੁਹਾਨੂੰ ਇਹਦੇ ਵਿੱਚੋਂ 2-3 ਕੁਐਸਚਨ ਜਿਹੜੇ ਸੀਗੇ, ਕਿਉਂਕਿ ਇੱਕ 2 ਕੁਐਸਚਨ ਜਿਹੜੇ ਸੀ ਇਹਨਾਂ ਟੌਪਿਕ ਦੇ ਵਿੱਚੋਂ ਡੈਫੀਨਿਟਲੀ ਆ ਜਾਂਦੇ ਨੇ. ਸੋ ਇਸ ਚੀਜ਼ ਨੂੰ ਚੰਗੇ ਤਰੀਕੇ ਨਾਲ ਯਾਦ ਕਰ ਲਓ ਤਾਂ ਕਿ ਤੁਸੀਂ ਐਗਜ਼ਾਮ ਦੇ ਵਿੱਚ ਇਸ ਚੀਜ਼ ਨੂੰ ਅਟੈਂਪਟ ਕਰ ਸਕੋ. ਇਸ ਤੋਂ ਬਾਅਦ ਆਪਾਂ ਜਿਹੜੇ ਸੀਗੇ ਹੋਰ ਕਾਫੀ ਸਾਰੇ ਟੌਪਿਕ ਜਿਹੜੇ ਸੀਗੇ ਸਾਡੇ ਰਹਿੰਦੇ ਨੇ. ਦੈਟ ਇਜ਼ ਅਸੈਸਮੈਂਟ ਰਹਿੰਦੀ ਹੈ, ਲਰਨਿੰਗ ਰਹਿੰਦੀ ਹੈ, ਟ੍ਰਾਂਸਫਰ ਲਰਨਿੰਗ ਹੈਗੀ ਹੈ, ਜਾਂ RT ਰਾਈਟ ਟੂ ਐਜੂਕੇਸ਼ਨ ਐਕਟ ਹੈਗਾ, ਫਿਰ ਥਿਓਰੀਜ਼ ਹੈਗੀਆਂ ਨੇ. ਉਹਨਾਂ ਨੂੰ ਵੀ ਆਪਾਂ ਜਲਦੀ ਜਿਹੜਾ ਸੀਗਾ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਡਿਸਕਸ ਕਰ ਲਾਂਗੇ ਅਤੇ ਉਹਨਾਂ ਨੂੰ ਫਿਰ ਆਪਾਂ ਅਟੈਂਪਟ ਕਰਦੇ ਹਾਂ. ਵਿਦ ਦਿਸ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਲਾਸ ਠੀਕ ਲੱਗੀ ਹੋਵੇਗੀ. ਸੋ ਗੈਟ ਬੈਕ ਵਿਦ ਯੂਰ ਕਮੈਂਟਸ ਆਲਸੋ. ਠੀਕ ਹੈ ਜੀ. ਅਤੇ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟ ਜਿਹੜੇ ਸੀਗੇ ਦੇ ਸ਼ੁੱਡ ਬੀ ਏਬਲ ਟੂ ਵਿਊ ਇਟ ਆਲਸੋ. ਵਿਦ ਦਿਸ ਵੀ ਵਿਸ਼ ਯੂ ਆਲ ਦ ਬੈਸਟ ਐਂਡ ਉਮੀਦ ਕਰਦੇ ਹਾਂ ਕਿ ਤੁਸੀਂ ਕਾਮਯਾਬੀਆਂ ਹਾਸਲ ਕਰ